ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਆਪਾਂ ਗੱਲ ਕਰਾਂਗੇ ਜੀ ਆਸਟ੍ਰੇਲੀਆ ਨੂੰ ਲੈ ਕੇ, ਕਿਉਂਕਿ ਜਦੋਂ ਤੋਂ ਨਿਊਜ਼ ਆਈ ਹੈ ਕਿ ਆਸਟ੍ਰੇਲੀਆ ਨੇ ਆਪਣੇ ਬਾਰਡਰ ਓਪਨ ਕਰ ਦਿੱਤੇ ਨੇ, ਸਟੂਡੈਂਟਸ ਜਾਣਨਾ ਚਾਹੁੰਦੇ ਨੇ ਹੋਰ ਬਹੁਤ ਕੁਝ ਕਿ ਕਿਵੇਂ ਕਿਸ ਪ੍ਰੋਸੈਸ ਨਾਲ ਕਦੋਂ ਅਸੀਂ ਅਪਲਾਈ ਕਰੀਏ ਤਾਂ ਕਿ ਸਾਡਾ ਜੋ ਹੈ ਫਸਟ ਇਨਟੇਕ ਦੇ ਵਿੱਚ ਹੀ ਜੋ ਹੁਣ ਆਏਗਾ ਸਾਡਾ ਵੀਜ਼ਾ ਲੱਗ ਜਾਏ। ਤੇ ਨਾਲ ਦੀ ਨਾਲ ਆਪਾਂ ਥੋੜਾ ਕੰਪੈਰੀਜ਼ਨ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੈਨੇਡਾ ਔਰ ਆਸਟ੍ਰੇਲੀਆ ਨੂੰ ਲੈ ਕੇ ਕਿ ਅਗਰ ਸਟੂਡੈਂਟ ਜੋ ਆਪਣਾ ਫਿਊਚਰ ਆਸਟ੍ਰੇਲੀਆ ਵਿੱਚ ਦੇਖਦੇ ਨੇ ਜਾਂ ਕੈਨੇਡਾ ਵਿੱਚ ਦੇਖਦੇ ਨੇ ਤਾਂ ਕਿੰਨਾ ਕੁ ਡਿਫਰੈਂਸ ਰਹਿੰਦਾ ਹੈ। ਤੇ ਅੱਜ ਦੀ ਇਸ ਡਿਸਕਸ਼ਨ ਦੀ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਜੀ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ ਤੋਂ ਮਿਸਟਰ ਗੁਰਤੇਜ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਆਸਟ੍ਰੇਲੀਆ ਦੀ ਅਪਡੇਟ ਬਾਰੇ ਹੀ ਗੱਲ ਕਰ ਲਈਏ, ਕਿਉਂਕਿ ਸਟੂਡੈਂਟਸ ਬਹੁਤ ਲੰਮੇ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ, ਜੋ ਕਿ ਸਿਰਫ ਔਰ ਸਿਰਫ ਜਿਨ੍ਹਾਂ ਦੀ ਪ੍ਰਾਇੋਰਟੀ ਸੀ ਕਿ ਅਸੀਂ ਆਸਟ੍ਰੇਲੀਆ ਹੀ ਅਪਲਾਈ ਕਰਨਾ ਹੈ, ਤਾਂ ਬਹੁਤ ਚਿਰ ਤੋਂ ਰੁਕੇ ਹੋਏ ਸੀ ਸਟੂਡੈਂਟਸ। ਅੱਜ ਦੇ ਟਾਈਮ ਵਿੱਚ ਗੁੱਡ ਨਿਊਜ਼ ਤਾਂ ਆ ਚੁੱਕੀ ਹੈ ਕਿ ਬਾਰਡਰ ਜੋ ਹੈ ਓਪਨ ਹੋ ਰਹੇ ਨੇ। ਤੇ ਕਦੋਂ ਤੋਂ ਸਟੂਡੈਂਟਸ ਹੁਣ ਜੋ ਹੈ ਕਿਵੇਂ ਅਪਲਾਈ ਕਰਨ ਤਾਂ ਕਿ ਉਹਨਾਂ ਦਾ ਜੋ ਜਿਵੇਂ ਹੀ ਓਪਨ ਹੋਏਗਾ ਉਹ ਪਹਿਲਾਂ ਸਭ ਤੋਂ ਪਹੁੰਚ ਸਕਣ? ਬਿਲਕੁਲ ਜੀ। ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਬਹੁਤ ਵਧੀਆ ਇੱਕ ਗੁੱਡ ਨਿਊਜ਼ ਆ ਰਹੀ ਹੈ ਕਿ ਵੀ ਜਿਹੜਾ ਆਸਟ੍ਰੇਲੀਆ ਹੈ ਉਹ ਜਲਦੀ ਆਪਣੇ ਬਾਰਡਰ ਜਿਹੜਾ ਹੈ ਓਪਨ ਕਰਨ ਜਾ ਰਿਹਾ, ਸਪੈਸ਼ਲੀ ਫਾਰ ਇੰਟਰਨੈਸ਼ਨਲ ਸਟੂਡੈਂਟਸ ਜੀ। ਉਹ ਮੈਂ ਉਹਨਾਂ ਬੱਚਿਆਂ ਬਾਰੇ ਸੋਚਦਾ ਹਾਂ ਕਿ ਜਿਹੜੇ ਬੱਚੇ ਪਿਛਲੇ ਇੱਕ ਸਾਲ ਤੋਂ ਇੱਥੇ ਬੈਠੇ ਨੇ ਔਰ ਉਹਨਾਂ ਨੇ ਫੀਸਾਂ ਵੀ ਇੱਥੇ ਦਿੱਤੀਆਂ ਨੇ ਔਰ ਵਾਰ-ਵਾਰ ਵਿਚਾਰੇ ਕਾਲ ਕਰਦੇ ਰਹਿੰਦੇ ਨੇ ਆਪਣੇ ਏਜੰਟ ਨੂੰ ਕਿ ਕਦੋਂ ਓਪਨ ਹੋਏਗਾ ਜੀ, ਮੈਂ ਤਾਂ 1 ਸਾਲ ਤੋਂ ਵੇਟ ਕਰ ਰਿਹਾ, ਕੋਈ 6 ਮਹੀਨੇ ਤੋਂ ਵੇਟ ਕਰ ਰਿਹਾ ਹੈ। ਤਾਂ ਇਸ ਕਰਕੇ ਨਾ ਸਭ ਤੋਂ ਵੱਡੀ ਖੁਸ਼ੀ ਜਿਹੜੀ ਹੈ ਉਹਨਾਂ ਚਿਹਰਿਆਂ 'ਤੇ ਹੋਏਗੀ ਕਿ ਜਲਦੀ ਹੀ ਬਾਰਡਰ ਓਪਨ ਹੋ ਜਾ ਰਹੇ ਨੇ। ਬਿਕੋਜ਼ ਜਿਹੜਾ ਹੈ ਦੇਖੋ ਮੈਂ ਕਹਾਂਗਾ ਕਿ ਇੱਕ ਜਿਹੜਾ ਨਿਊ ਸਾਊਥ ਵੇਲਸ ਹੈਗਾ ਉਹ ਉਹਨਾਂ ਨੇ ਵੀ ਅਨਾਊਂਸ ਕੀਤਾ ਕੱਲ੍ਹ ਪਰਸੋਂ ਹੀ ਕਿ ਜਿਹੜਾ ਹੈ ਜਿਹੜੇ ਸਟੂਡੈਂਟ ਹੈਗੇ ਨੇ ਉਹ ਸਾਡੇ ਇੱਥੇ ਆ ਸਕਦੇ ਨੇ, ਪਰ ਉਹਦੇ ਲਈ ਕੁਛ ਉਹਨਾਂ ਨੇ ਸ਼ਰਤਾਂ ਰੱਖੀਆਂ ਹੋਈਆਂ ਨੇ, ਜਿਹਦੇ 'ਚ ਮੈਂ ਦੱਸਣਾ ਚਾਹਾਂਗਾ ਕਿ ਉਹ ਸ਼ਰਤਾਂ ਹੈਗੀਆਂ ਕਿ ਜਿਹੜੇ ਸਟੂਡੈਂਟਸ ਨੇ ਅਪਲਾਈ ਕਰ ਚੁੱਕੇ ਆਲਰੇਡੀ ਔਰ ਜਿਹੜੇ ਸਟੂਡੈਂਟਸ ਦਾ ਵੀਜ਼ਾ ਆਲਰੇਡੀ ਲੱਗ ਚੁੱਕਾ ਹੈ ਉਹਨਾਂ ਦੇ ਇੰਸਟੀਚਿਊਟਸ ਜਿਹੜੇ ਹੈਗੇ ਨੇ, ਬੇਸ਼ੱਕ ਉਹ ਯੂਨੀਵਰਸਿਟੀ ਹੈਗੀ ਹੈ ਜਾਂ ਕਾਲਜ ਹੈਗਾ, ਉਹਨਾਂ ਦੇ ਨਾਮ ਨੂੰ ਪ੍ਰੈਫਰੈਂਸ ਮਿਲੇਗੀ ਔਰ ਉਹ ਪਾਇਲਟ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਉਹ ਬੰਦੇ ਜਿਹੜੇ ਨੇ ਉੱਥੇ ਪਹੁੰਚਣਗੇ ਜਾਂ ਉਹ ਸਟੂਡੈਂਟ ਉੱਥੇ ਪਹੁੰਚਣਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਅਪਲਾਈ ਕੀਤਾ ਸੀ ਔਰ ਉਹਨਾਂ ਦੇ ਜਿਹੜਾ ਇਹ ਵੀਜ਼ਾ ਆਲਰੇਡੀ ਹੋ ਚੁੱਕਾ ਹੈ। ਔਰ ਦੂਸਰਾ ਵਿਕਟੋਰੀਆ ਨੇ ਵੀ ਅਨਾਊਂਸ ਕੀਤਾ ਹੈ ਕਿ ਉਹ ਵੀ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜਾ ਹੈ ਉਹ ਬੁਲਾ ਰਹੇ ਨੇ ਔਰ ਮੈਲਬਰਨ ਦੇ ਵਿੱਚ ਜਾਂ ਸਿਡਨੀ ਦੇ ਵਿੱਚ ਤੁਸੀਂ ਕਿਤੇ ਵੀ ਪੜ੍ਹਨ ਦੇ ਲਈ ਜਿਨ੍ਹਾਂ ਵੀ ਬੱਚਿਆਂ ਨੇ ਐਡਮਿਸ਼ਨਸ ਲਈਆਂ ਉਹਨਾਂ ਲਈ ਬਹੁਤ ਹੀ ਜਲਦੀ ਇੰਟਰਨੈਸ਼ਨਲ ਬਾਰਡਰ ਜਿਹੜੇ ਨੇ ਓਪਨ ਹੋਣ ਜਾ ਰਹੇ ਨੇ। ਮੈਂ ਅੱਜ ਸਵੇਰੇ ਹੀ ਪੜ੍ਹ ਰਿਹਾ ਸੀ, ਉਹਦੇ 'ਚ ਲਿਖਿਆ ਹੋਇਆ ਸੀ ਕਿ ਅਗਰ ਤੁਸੀਂ ਸਟੂਡੈਂਟ ਹੋ ਔਰ ਤੁਸੀਂ ਆ ਰਹੇ ਹੋ ਤਾਂ ਤੁਹਾਨੂੰ ਜਿਹੜਾ ਹੈ ਸਿਰਫ 7 ਦਿਨ ਦਾ ਕੁਆਰੰਟਾਈਨ ਚਾਹੀਦਾ ਹੈ। ਇਟ ਮੀਨਸ ਕਿ ਤੁਹਾਨੂੰ ਸਿਰਫ 7 ਦਿਨ ਦਾ ਉੱਥੇ ਸਟੇ ਲੈਣਾ ਪਏਗਾ ਔਰ ਵਿਦਆਊਟ ਐਨੀ ਇਹ ਨਹੀਂ ਹੈ ਕਿ ਤੁਸੀਂ ਕਿਸੇ ਕੋਈ ਕੰਟਰੀ ਰੈੱਡ ਵਿੱਚ ਹੈ ਜਾਂ ਕੋਈ ਗ੍ਰੀਨ 'ਚ ਹੈ ਜਾਂ ਕਿਸੇ ਹੋਰ ਜ਼ੋਨ ਦੇ ਵਿੱਚ ਹੈ, ਕੋਈ ਵੀ ਕੰਟਰੀ ਕਿਸੇ ਜ਼ੋਨ 'ਚ ਨਹੀਂ ਹੈ। ਉਹਨਾਂ ਲਈ ਤੁਸੀਂ ਅਗਰ ਫੁੱਲ ਵੈਕਸੀਨੇਟਡ ਹੋ, ਇਟ ਮੀਨਸ ਕਿ ਤੁਸੀਂ ਦੋਨੋਂ ਡੋਜ਼ਸ ਲਈਆਂ ਹੋਈਆਂ ਨੇ ਔਰ ਕੋਵੈਕਸਿਨ ਨੂੰ ਕੋਵਿਡਸ਼ੀਲਡ ਨੂੰ ਜਿਹੜੀ ਹੈ ਉਹਨਾਂ ਨੇ ਅਪਰੂਵਲ ਦਿੱਤੀ ਹੋਈ ਹੈ ਔਰ ਇਸ ਕਰਕੇ ਜਿਹੜੇ ਵੀ ਬੱਚਿਆਂ ਨੇ ਵੈਕਸੀਨ ਕਰਵਾਉਣੀ ਹੈ ਉਹ ਕਰਵਾ ਲੈਣ। ਦੋਨੋਂ ਵੈਕਸੀਨ ਜਿਹੜੀਆਂ ਹੋਣੀਆਂ ਜ਼ਰੂਰੀ ਨੇ ਔਰ ਉਹ ਸਰਟੀਫਿਕੇਸ਼ਨ ਦੇ ਨਾਲ ਜਿਹੜਾ ਹੈ ਉਹ ਟਰੈਵਲ ਕਰ ਸਕਦੇ ਨੇ ਔਰ ਉਹਨਾਂ ਨੂੰ ਕੋਈ ਵੀ ਇਸ ਤੋਂ ਇਲਾਵਾ ਜਿਹੜਾ ਇੱਕ ਤਾਂ ਚਲੋ ਤੁਹਾਨੂੰ ਕੋਵਿਡ ਟੈਸਟ ਤਾਂ ਕਰਵਾਉਣਾ ਹੀ ਪਏਗਾ, ਉਹ ਕੋਵਿਡ ਟੈਸਟ ਕਰਵਾ ਕੇ ਜਿਹੜਾ ਹੈ ਇਹ ਨਵੰਬਰ ਐਂਡ ਜਾਂ ਦਸੰਬਰ ਫਸਟ ਵੀਕ ਦੇ ਵਿੱਚ ਜਿਹੜੀਆਂ ਨੇ ਇਹ ਫਲਾਈਟ ਸਟਾਰਟ ਹੋਣ ਜਾ ਰਹੀਆਂ ਨੇ। ਅਤੇ ਇਹ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਉਹਨਾਂ ਪੇਰੈਂਟਸ ਲਈ ਵੀ ਖੁਸ਼ਖਬਰੀ ਹੈ ਜਿਨ੍ਹਾਂ ਨੇ ਇੰਨਾ ਟਾਈਮ ਜਿਹੜਾ ਵੇਟ ਕੀਤੀ ਹੈ ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਔਰ ਉਹਨਾਂ ਸਟੂਡੈਂਟਸ ਲਈ ਵੀ ਜਿਹੜਾ ਇੰਨਾ ਟਾਈਮ ਤੋਂ ਇੱਥੇ ਬੈਠ ਕੇ ਪੜ੍ਹ ਰਹੇ ਨੇ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਪ੍ਰੈਕਟੀਕਲ ਸਮਝ ਆਉਂਦੀ ਹੈ ਮੇਰੇ ਖਿਆਲ 'ਚ ਉਹ ਤੁਹਾਨੂੰ ਜਿਹੜੀ ਹੈ ਆਨਲਾਈਨ ਨਹੀਂ ਆ ਸਕਦੀ। ਤਾਂ ਇਹ ਸਭ ਚੀਜ਼ਾਂ ਦੇ ਵਿੱਚ ਜਿਹੜਾ ਹੈ ਹੁਣ ਸਟੂਡੈਂਟ ਜਿਹੜੇ ਨੇ ਅਗਰ ਉਹ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਬੇਸ਼ੱਕ ਜਾਂ ਉਹਨਾਂ ਦਾ ਵੀਜ਼ਾ ਆ ਰੱਖਿਆ ਹੈ, ਤਾਂ ਉਹਨਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ। ਬਹੁਤ ਜਲਦੀ ਹੀ ਉਹਨਾਂ ਨੂੰ ਆਪਣੀ ਮੰਜ਼ਿਲ ਮਿਲਣ ਵਾਲੀ ਹੈ ਔਰ ਉਹ ਜਲਦੀ ਹੀ ਜਿਹੜਾ ਹੈ ਇੱਥੋਂ ਜਿਹੜਾ ਹੈ ਫਲਾਈ ਕਰਕੇ ਆਪਣੇ ਆਪਣੇ ਕਾਲਜ ਆਪਣੇ ਆਪਣੀ ਯੂਨੀਵਰਸਿਟੀ ਜਾਣਗੇ ਔਰ ਆਪਣੇ ਆਪਣੇ ਕੋਰਸ ਨੂੰ ਜੁਆਇਨ ਕਰ ਸਕਣਗੇ ਔਰ ਆਪਣੇ ਸੁਪਨਿਆਂ ਦੀ ਉਡਾਰੀ ਭਰ ਸਕਣਗੇ। ਜੀ ਬਿਲਕੁਲ। ਤੇ ਜੇਕਰ ਤੁਹਾਡੇ ਮਨ ਵਿੱਚ ਵੀ ਕੋਈ ਆਸਟ੍ਰੇਲੀਆ ਰਿਗਾਰਡਿੰਗ ਸਵਾਲ ਨੇ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਜ਼ਰੂਰ ਲੈ ਸਕਦੇ ਹੋ। ਔਰ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ ਦੇ ਆਫਿਸ, ਤਾਂ ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ, ਬਠਿੰਡਾ ਔਰ ਕੁਰੂਕਸ਼ੇਤਰ ਵਿੱਚ ਵੀ ਇਹਨਾਂ ਦੇ ਆਫਿਸ ਨੇ। ਜਿੱਥੇ ਤੁਹਾਨੂੰ ਨੇੜੇ ਲੱਗੇ ਤੇ ਡਾਕੂਮੈਂਟਸ ਲੈ ਕੇ ਤੁਸੀਂ ਵਿਜ਼ਿਟ ਜ਼ਰੂਰ ਕਰ ਸਕਦੇ ਹੋ। ਇੱਥੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਨੂੰ ਲੈ ਕੇ, ਸਟੂਡੈਂਟਸ ਥੋੜਾ ਫਿਰ ਵੀ ਇਹ ਸੋਚਦੇ ਨੇ ਵੀ ਅਸੀਂ ਕਿਵੇਂ ਥੋੜਾ ਰਿਸਕ ਫ੍ਰੀ ਹੋ ਕੇ ਆਪਣੇ ਆਪ ਨੂੰ ਸੇਫ ਕਰਦੇ ਹੋਏ ਜੋ ਹੈ ਐਡਮਿਸ਼ਨ ਤਾਂ ਕਰਾ ਲਈਏ ਤਾਂ ਕਿ ਜਦੋਂ ਫਲਾਈਟਸ ਜਾਣਗੀਆਂ ਤਾਂ ਉਦੋਂ ਅਸੀਂ ਚਲੇ ਵੀ ਜਾਈਏ ਤੇ ਫਿਲਹਾਲ ਅਸੀਂ ਐਡਮਿਸ਼ਨ ਲੈ ਲਈਏ ਪਰ ਖਰਚਾ ਵੀ ਜ਼ਿਆਦਾ ਨਾ ਹੋਵੇ, ਰਿਸਕ ਜ਼ਿਆਦਾ ਨਾ ਹੋਵੇ। ਬਿਲਕੁਲ। ਦੇਖੋ ਕੀ ਹੈ ਸਭ ਤੋਂ ਵੱਡੀ ਜਿਹੜੀ ਅੱਜ ਦੀ ਚਿੰਤਾ ਇਹ ਹੈਗੀ ਹੈ ਕਿ ਮੈਕਸੀਮਮ ਸਟੂਡੈਂਟ ਜਿਹੜਾ ਉਹ ਕੈਨੇਡਾ ਅਪਲਾਈ ਕਰ ਰਿਹਾ। ਬਿਲਕੁਲ।
ਔਰ ਕੈਨੇਡਾ ਦੇ ਵਿੱਚ ਜਿੰਨੇ ਇੰਸਟੀਚਿਊਟਸ ਨੇ ਮੈਕਸਿਮਮ ਫੁੱਲ ਨੇ, ਜਾਂ ਜਿਹੜੇ ਵੀ ਜਗ੍ਹਾ ਬੱਚਾ ਜਾਣਾ ਚਾਹੁੰਦਾ ਉਹ ਵੀ ਫੁੱਲ ਹੈ। ਤਾਂ ਇਸ ਕਰਕੇ ਕਈ ਬੱਚਿਆਂ ਨੂੰ ਪਿਛਲੀ ਵਾਰੀ ਸੈਪਟੈਂਬਰ ਦੇ ਵਿੱਚ, ਮੈਂ ਪਹਿਲਾਂ ਵੀ ਸ਼ੋਅ ਵਿੱਚ ਕਿਹਾ ਸੀ ਕਿ ਉਹਨਾਂ ਦੀਆਂ ਆਫਰ ਜਿਹੜੀਆਂ ਨੇ ਵੀਜ਼ਾ ਆਉਣ ਤੋਂ ਬਾਅਦ ਵੀ ਡੈਫਰ ਹੋ ਗਈਆਂ, ਔਰ ਵਿਚਾਰੇ ਅੱਜ ਵੀ ਇੱਥੇ ਬੈਠੇ ਨੇ, ਉਹ ਨੈਕਸਟ ਇਨਟੇਕ ਦੀ ਵੇਟ ਕਰ ਰਹੇ ਨੇ। ਬਿਲਕੁਲ। ਤੇ ਕੀ ਹੋ ਰਿਹਾ ਕਿ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਮੈਕਸਿਮਮ ਸਟੂਡੈਂਟ ਜਿਹੜੇ ਨੇ ਪਹਿਲਾਂ ਹੁਣ ਜਿਸ ਤਰ੍ਹਾਂ ਕੈਨੇਡਾ ਅਪਲਾਈ ਕਰ ਰਹੇ ਨੇ ਬਿਕੋਜ਼ ਆਫ ਕਿ ਆਸਟ੍ਰੇਲੀਆ ਦਾ ਜਿਹੜਾ ਵੀਜ਼ਾ ਉਹ ਓਪਨ ਨਹੀਂ ਹੈਗਾ ਸੀ ਪਹਿਲਾਂ, ਤਾਂ ਉੱਥੇ ਇੰਨਾ ਜ਼ਿਆਦਾ ਰਸ਼ ਹੋ ਗਿਆ ਹੈ ਕਿ ਬੱਚਿਆਂ ਨੂੰ ਜਿਹੜੀ ਐਡਮਿਸ਼ਨ ਹੈਗੀ ਆ ਉਹ ਵੀ ਉੱਥੇ ਪ੍ਰੋਪਰ ਨਹੀਂ ਮਿਲ ਰਹੀ। ਇਟ ਮੀਨਸ ਕਿ ਉਹਨਾਂ ਨੂੰ ਜਿਹੜੀ, ਜਿਵੇਂ ਹੁਣ ਸੈਪਟੈਂਬਰ ਇਨਟੇਕ ਦੀ ਅਸੀਂ ਗੱਲ ਕੀਤੀ ਸੀ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਕੀ ਹੋਇਆ ਹੈ ਕਿ ਜਿਹੜੇ ਬੱਚੇ ਸੈਪਟੈਂਬਰ ਇਨਟੇਕ ਦੀ ਇਨਰੋਲ ਹੋਣੇ ਸੀ ਉਹਨਾਂ ਬੱਚਿਆਂ ਦੇ ਵੀਜ਼ਾ ਵੀ ਆ ਗਏ, ਬਟ ਕਾਲਜ ਨੇ ਉਹਨਾਂ ਨੂੰ ਡੈਫਰ ਕਰਕੇ ਅੱਗੇ ਮੇਲ ਹੀ ਕਰ ਦਿੱਤਾ। ਮੇਰੇ ਕੋਲ ਬਹੁਤ ਬੱਚਿਆਂ ਦੀ ਕਾਲ ਆਈ ਕਿ ਸਰ ਇੱਦਾਂ ਕਰਕੇ ਸਾਡੇ ਵੀਜ਼ਾ ਲੱਗੇ ਹੋਏ ਨੇ, ਬਟ ਅਸੀਂ ਟਰੈਵਲ ਨਹੀਂ ਕਰ ਰਹੇ ਕਿਉਂਕਿ ਸਾਨੂੰ ਨਾ ਤਾਂ ਟਰੈਵਲ ਲੈਟਰ ਮਿਲ ਰਿਹਾ ਹੈ ਔਰ ਸਾਡੇ ਕੋਲ ਸੀਟ ਵੀ ਕਾਲਜ ਕਹਿ ਰਿਹਾ ਕਿ ਅਵੇਲੇਬਲ ਨਹੀਂ ਹੈ। ਕਾਲਜ ਨੇ 3-3 ਗੁਣਾ ਬੱਚੇ ਲੈ ਲਏ, ਔਰ ਉਸ ਤੋਂ ਬਾਅਦ ਜਿਹੜੇ ਬੱਚਿਆਂ ਦਾ ਵੀਜ਼ਾ ਲੱਗਿਆ ਉਹ ਵੀ ਵਿਚਾਰੇ ਜਿਹੜੇ ਨੇ ਉੱਥੇ ਜਿਹੜਾ ਫਲਾਈ ਨਹੀਂ ਕਰ ਪਾਏ। ਤਾਂ ਇਸ ਕਰਕੇ ਕੀ ਹੋ ਰਿਹਾ ਹੈ ਕਿ ਮੈਂ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਬੱਚਿਆਂ ਦੀ ਮੰਜ਼ਿਲ ਪਹਿਲਾਂ ਆਸਟ੍ਰੇਲੀਆ ਸੀ ਪਰ ਡਿਊ ਟੂ ਇਹਦੇ ਕਿ ਵੀ ਉਹ ਨਹੀਂ ਅਪਲਾਈ ਕਰ ਪਾਏ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਆਸਟ੍ਰੇਲੀਆ ਕਲੋਜ਼ ਸੀ, ਪਰ ਉਹਨਾਂ ਦੇ ਲਈ ਵੀ ਹੁਣ ਰਾਹ ਆਸਾਨ ਹੋ ਗਿਆ ਹੈ। ਹੁਣ ਇੰਨਾ ਜ਼ਰੂਰੀ ਨਹੀਂ ਹੈ ਕਿ ਜੇ ਆਸਟ੍ਰੇਲੀਆ ਨਹੀਂ ਜਾ ਸਕਦੇ ਤੇ ਚਲੋ ਜੀ ਕੈਨੇਡਾ ਅਪਲਾਈ ਕਰ ਲਓ, ਕਿਉਂਕਿ ਕੈਨੇਡਾ ਵਿੱਚ ਵੀ ਬਹੁਤ ਰਸ਼ ਹੋ ਗਿਆ ਹੈ। ਤਾਂ ਇਸ ਕਰਕੇ ਅਗਰ ਸਾਫ਼ ਸੁਥਰਾ ਤੁਸੀਂ ਕੰਟਰੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਅੱਛਾ ਅਰਨ ਕਰ ਪਾਓ, ਤੁਹਾਡਾ ਫਿਊਚਰ ਅੱਛਾ ਹੋਵੇ, ਤਾਂ ਮੈਂ ਦੱਸਣਾ ਚਾਹਾਂਗਾ ਕਿ ਆਸਟ੍ਰੇਲੀਆ ਤੋਂ ਬੈਟਰ ਜਿਹੜਾ ਹੈ ਉਹ ਕੁਝ ਨਹੀਂ ਹੋ ਸਕਦਾ। ਜੀ। ਬਾਕੀ ਜਿਹੜੇ ਪੇਰੈਂਟਸ ਨੂੰ ਬਹੁਤ ਦਿੱਕਤ ਹੈ ਕਿ ਜੀ ਅਸੀਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਹੀ ਇੰਨੀਆਂ ਫੀਸਾਂ ਫਸਾ ਕੇ ਬੈਠੇ ਆ ਤੇ ਅੱਗੇ ਸਾਡਾ ਕੁਝ ਹੋ ਨਹੀਂ ਰਿਹਾ, ਇਹ ਨਾ ਹੋਵੇ ਕਿ ਹੋਰ 6 ਮਹੀਨੇ ਇਦਾਂ ਹੀ ਬੈਠਣਾ ਪੈ ਜਾਏ। ਤਾਂ ਉਹਨਾਂ ਲਈ ਵੀ ਜਿਹੜਾ ਈਜ਼ੀ ਵੇ ਬਹੁਤ ਵਧੀਆ ਚੀਜ਼ ਲੈ ਕੇ ਆਇਆ। ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਸਿਰਫ ਬੱਚੇ ਤੋਂ 1 ਲੱਖ ਰੁਪਇਆ ਫੀਸ ਪਹਿਲਾਂ ਦੇਣੀ ਹੈ, ਬੱਚੇ ਨੇ ਸਿਰਫ ਹੀ 1 ਲੱਖ ਰੁਪਇਆ ਫੀਸ ਪਹਿਲਾਂ ਦੇਣੀ ਹੈ। ਬਾਕੀ ਫੀਸ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਸੀਂ ਜਿਹੜਾ ਹੈ ਫਲਾਈ ਕਰੋਗੇ। ਉਹਦੇ 'ਚ ਬੈਟਰ ਚੀਜ਼ ਕੀ ਹੈਗੀ ਆ, ਕਈ ਸਟੂਡੈਂਟ ਕੀ ਹੈਗੇ ਨੇ ਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਇੰਸਟੀਚਿਊਟ ਜਿਹੜਾ ਹੈਗਾ ਹੈ ਉਹ 2019 ਪਾਸ ਆਊਟ ਨੂੰ ਵੀ ਨਹੀਂ ਲੈ ਰਿਹਾ ਆਸਟ੍ਰੇਲੀਆ 'ਚ, ਕਿਉਂਕਿ ਉੱਥੇ ਕਰੀਮ ਬੱਚਾ ਜਾਂਦਾ ਹੈ, ਵਧੀਆ ਬੱਚਾ ਜਾਂਦਾ ਹੈ। 2020 ਪਾਸ ਆਊਟ ਹੋਣਾ ਚਾਹੀਦਾ ਹੈ ਬੱਚਾ, ਔਰ 65% ਨੰਬਰ ਹੋਣੇ ਚਾਹੀਦੇ ਆ, ਔਰ ਕਿਸੇ 'ਚੋਂ ਵੀ ਈਚ ਜਿਹੜੇ 55% ਨੰਬਰ ਹੋਣੇ ਬਹੁਤ ਜ਼ਰੂਰੀ ਹੈ। ਓਵਰਆਲ 6 ਨੋਟ ਲੈਸ ਦੈਨ 5.5। ਇਟ ਮੀਨਸ ਕਿ ਈਚ ਵੀ ਅਗਰ 2 'ਚ ਵੀ 5.5 ਹੈ ਤਾਂ ਆਸਟ੍ਰੇਲੀਆ ਲਈ ਕੋਈ ਦਿੱਕਤ ਨਹੀਂ ਹੈ ਤੁਹਾਡੀ, ਅਗਰ ਤੁਸੀਂ +2 ਕੀਤੀ ਹੋਈ ਆ ਤਾਂ। ਬਟ ਇਹਦੇ ਲਈ ਕੀ ਹੈਗਾ ਹੈ ਕਿ ਅਗਰ ਤੁਸੀਂ ਕਿਸੇ ਵੀ ਯੂਨੀਵਰਸਿਟੀ ਅਪਲਾਈ ਕਰਦੇ ਹੋ, ਕਿਤੇ ਵੀ ਆਸਟ੍ਰੇਲੀਆ ਅਪਲਾਈ ਕਰਦੇ ਹੋ, ਤਾਂ ਤੁਹਾਨੂੰ ਘੱਟੋ ਘੱਟ 12-13,000 14,000 ਫੀਸ ਜਿਹੜੀ ਹੈ ਐਡਵਾਂਸ ਦੇਣੀ ਹੀ ਪਏਗੀ ਵੀਜ਼ਾ ਦੇ ਲਈ। ਪਰ ਜਿਹੜਾ ਪ੍ਰੋਗਰਾਮ ਅਸੀਂ ਲੈ ਕੇ ਆਏ ਹਾਂ ਉਹਦੇ ਵਿੱਚ ਕੀ ਹੈਗਾ ਕਿ ਤੁਸੀਂ ਸਿਰਫ 1 ਲੱਖ ਰੁਪਇਆ ਫੀਸ ਪੇ ਕਰਨੀ ਹੈ, ਔਰ ਬਾਕੀ ਜਿਹੜਾ ਹੈ ਤੁਸੀਂ ਸਾਰਾ ਪੈਸਾ ਉਦੋਂ ਦੇਣਾ ਹੈ ਜਦੋਂ ਤੁਸੀਂ ਫਲਾਈ ਕਰੋਗੇ। ਤਾਂ ਇਟ ਮੀਨਸ ਕਿ ਤੁਸੀਂ ਜਿਹੜਾ ਹੈ ਆਪਣੀ ਕਲਾਸ ਜਿਹੜੀ ਹੈ ਇੱਥੇ ਆਨਲਾਈਨ ਸਟਾਰਟ ਕਰ ਲਓਗੇ, ਬਟ ਉਹਦੀ ਫੀਸ ਤੁਹਾਡੇ ਤੋਂ ਨਹੀਂ ਲਈ ਜਾਏਗੀ। ਸਿਰਫ 1 ਲੱਖ ਰੁਪਇਆ ਉਹ ਵੀ ਸਿਰਫ ਵੀਜ਼ਾ ਆਫਿਸਰ ਦੇ ਲਈ, ਜਦੋਂ ਉੱਥੇ ਤੁਸੀਂ ਜਿਹੜੀ ਫਾਈਲ ਲੱਗਣੀ ਹੈ ਤੇ ਫਾਈਲ ਦੇ ਵਿੱਚ ਸ਼ੋਅ ਕਰਨ ਦੇ ਲਈ ਕਿ ਤੁਸੀਂ COE ਲਈ ਹੋਈ ਹੈ। ਬਿਲਕੁਲ। ਔਰ ਉਹਦੇ ਨਾਲ ਕੀ ਹੈ, ਵੀਜ਼ਾ ਦੀ ਰੇਸ਼ੀਓ ਵੀ ਵਧੇਗੀ ਕਿਉਂਕਿ ਤੁਸੀਂ ਜਿਹੜਾ ਆਲਰੇਡੀ ਆਪਣਾ ਕੋਰਸ ਜਿਹੜਾ 1-2 ਮਹੀਨੇ ਇੱਥੇ ਕੰਪਲੀਟ ਕਰ ਲਓਗੇ, ਔਰ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਅਪਲਾਈ ਹੋਏਗਾ, ਔਰ ਤੁਹਾਡੇ ਚਾਂਸਸ ਜਿਹੜੇ ਨੇ ਬਹੁਤ ਜ਼ਿਆਦਾ ਬ੍ਰਾਈਟ ਹੋਣਗੇ। ਬੇਸ਼ੱਕ ਤੁਸੀਂ +2 ਸਟੂਡੈਂਟ ਹੋ, ਬੇਸ਼ੱਕ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਜਾਂ ਤੁਸੀਂ ਹਜੇ ਆਈਲੈਟਸ ਕਰ ਰਹੇ ਹੋ। ਇਟ ਮੀਨਸ ਕਿ ਤੁਸੀਂ ਹਜੇ ਆਈਲੈਟਸ ਕਰਨਾ ਹੈ ਬਟ ਤੁਸੀਂ ਚਾਹੁੰਦੇ ਹੋ ਕਿ ਮੇਰੀ ਐਡਮਿਸ਼ਨ ਹੋ ਜਾਵੇ, ਤਾਂ ਸਿਰਫ 1 ਲੱਖ ਰੁਪਇਆ ਦੇ ਕੇ ਜਿਹੜਾ ਹੈ ਤੁਸੀਂ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ, ਔਰ ਆਨਲਾਈਨ ਕਲਾਸਿਸ ਸ਼ੁਰੂ ਕਰ ਦਿਓ। ਨਾਲ ਜਿਹੜਾ ਤੁਹਾਡਾ ਆਈਲੈਟਸ ਹੈਗਾ ਜਾਂ PT ਜਿਹੜਾ ਤੁਸੀਂ ਕੋਚਿੰਗ ਲੈ ਰਹੇ ਹੋ, ਤੁਸੀਂ ਨਾਲ ਉਹ ਕੋਚਿੰਗ ਲੈਂਦੇ ਰਹੋ, ਔਰ ਜਿਵੇਂ ਹੀ ਤੁਹਾਡੀ ਕੋਚਿੰਗ ਕੰਪਲੀਟ ਹੋਏਗੀ, ਤੁਸੀਂ 2 ਮਹੀਨੇ ਬਾਅਦ ਆਈਲੈਟਸ ਦਾ ਟੈਸਟ ਦੇਣਾ, ਤੁਸੀਂ 3 ਮਹੀਨੇ ਦਾ ਆਈਲੈਟਸ ਦਾ ਟੈਸਟ ਦੇਣਾ, ਤਾਂ ਤੁਸੀਂ 1 ਫੈਬ ਤੋਂ ਬਾਅਦ ਜਿਹੜਾ ਹੈ ਤੁਸੀਂ ਜਾ ਸਕਦੇ ਹੋ ਆਸਟ੍ਰੇਲੀਆ। ਤੁਹਾਡਾ ਉਸ ਤੋਂ ਪਹਿਲਾਂ ਵੀਜ਼ਾ ਜਿਹੜਾ ਅਸੀਂ ਡਨ ਕਰਵਾ ਦਾਂਗੇ ਤਾਂ ਕਿ ਤੁਹਾਨੂੰ ਜਿਹੜਾ ਹੈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਔਰ ਤੁਹਾਡੇ ਵੀਜ਼ਾ ਦੇ ਚਾਂਸਸ ਵੀ ਜ਼ਿਆਦਾ ਰਹਿਣ। ਤਾਂ ਇਸ ਕਰਕੇ ਮੇਰੇ ਕੋਲ ਇਹਦੇ 'ਚ ਜਿਹੜਾ ਹੈ ਵਿਕਟੋਰੀਆ 'ਚ ਵੀ ਕੈਂਪਸ ਹੈਗਾ ਹੈ, ਔਰ ਸਿਡਨੀ 'ਚ ਵੀ ਕੈਂਪਸ ਹੈਗਾ ਹੈ, ਤੁਸੀਂ ਕਿਤੇ ਵੀ ਅਪਲਾਈ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਸਾਰੇ ਇੰਸਟੀਚਿਊਟ ਨੇ, ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ, ਬਹੁਤ ਸਾਰੇ ਕਾਲਜਸ ਨੇ ਆਸਟ੍ਰੇਲੀਆ ਦੇ ਵਿੱਚ, ਔਰ ਡਿਫਰੈਂਟ ਲੋਕੇਸ਼ਨ 'ਤੇ ਨੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਪਰ ਅਗਰ ਤੁਸੀਂ ਜਲਦੀ ਫਲਾਈ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸਾਡੇ ਅਕੋਰਡਿੰਗ ਅਗਰ ਚੱਲਦੇ ਹੋ ਤਾਂ ਤੁਹਾਡਾ ਜਲਦੀ ਕੰਮ ਹੋ ਜਾਏਗਾ, ਔਰ ਤੁਸੀਂ ਫਲਾਈ ਵੀ ਜਲਦੀ ਕਰ ਸਕਦੇ ਹੋ। ਜੀ ਬਿਲਕੁਲ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਇੱਕ ਗੁੱਡ ਨਿਊਜ਼ ਤਾਂ ਮਿਲ ਹੀ ਚੁੱਕੀ ਹੈ ਕਿ ਬਾਰਡਰ ਜੋ ਹੈ ਓਪਨ ਹੋ ਗਏ ਨੇ, ਔਰ ਸਟੂਡੈਂਟਸ ਜੋ ਹੈ ਆਸਟ੍ਰੇਲੀਆ ਲਈ ਅਗਰ ਹੁਣ ਅਪਲਾਈ ਕਰਦੇ ਨੇ ਔਰ ਸਿਰਫ 1 ਲੱਖ ਰੁਪਏ ਦੇ ਕੇ ਐਡਮਿਸ਼ਨ ਕਰਾ ਕੇ ਤੁਸੀਂ ਆਪਣੀ ਆਨਲਾਈਨ ਕਲਾਸਿਸ ਸ਼ੁਰੂ ਕਰ ਲੈਂਦੇ ਹੋ, ਤੁਹਾਡਾ ਵੀਜ਼ਾ ਸਕਸੈਸ ਰੇਟ ਵੀ ਜ਼ਰੂਰ ਵਧੇਗਾ ਕਿ ਚਾਂਸਸ ਵੱਧ ਜਾਂਦੇ ਨੇ, ਤੇ ਨਾਲ ਦੀ ਨਾਲ ਤੁਹਾਡਾ ਰਿਸਕ ਫੈਕਟਰ ਵੀ ਘਟ ਜਾਂਦਾ। ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿ ਕਈ ਥਾਵਾਂ ਤੇ ਪੇਰੈਂਟਸ ਸੋਚਦੇ ਨੇ ਕਿ ਅਸੀਂ ਜ਼ਿਆਦਾ ਫੀਸ ਦੇ ਦਾਂਗੇ, ਕੱਲ ਨੂੰ ਪਤਾ ਨਹੀਂ ਸਾਡੇ ਬੱਚੇ
ਬੱਚੇ ਉੱਥੇ ਪਹੁੰਚ ਸਕਣਗੇ ਕਿ ਨਹੀਂ, ਕਿ ਆਨਲਾਈਨ ਕਲਾਸਿਸ ਵਿੱਚ ਤਾਂ ਨਹੀਂ ਸਭ ਕੁਝ ਨਿਪਟ ਜਾਏਗਾ। ਸੋ ਬਿਲਕੁਲ ਸਿਕਿਉਰ ਹੋ ਕੇ ਤੁਸੀਂ ਜੋ ਹੈ ਇਸ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ। 1 ਲੱਖ ਰੁਪਏ ਦੇ ਕੇ ਆਨਲਾਈਨ ਕਲਾਸਿਸ ਸ਼ੁਰੂ ਕਰੋ ਅਤੇ ਨਾਲ ਦੀ ਨਾਲ ਜਿਵੇਂ ਹੀ ਉੱਥੇ ਫਲਾਈਟਸ ਪਹੁੰਚਣਗੀਆਂ ਤਾਂ ਤੁਸੀਂ ਬਾਕੀ ਸਟੱਡੀ ਆਪਣੀ ਉੱਥੇ ਪਹੁੰਚ ਕੇ ਕਰ ਸਕਦੇ ਹੋ। ਆਪਾਂ ਇੱਥੇ ਅਗਰ ਗੱਲ ਕਰ ਲਈਏ ਥੋੜੀ ਜੀ, ਕਿਉਂਕਿ ਆਪਾਂ ਦੇਖਦੇ ਹਾਂ ਕੈਨੇਡਾ ਵੱਲ ਵੀ ਰੁਝਾਨ ਸਟੂਡੈਂਟਸ ਦਾ ਬਹੁਤ ਜ਼ਿਆਦਾ ਹੁੰਦਾ ਹੈ ਨਾ। ਆਪਾਂ ਥੋੜਾ ਜਿਵੇਂ ਪ੍ਰੋਗਰਾਮ ਦੀ ਸਟਾਰਟਿੰਗ 'ਚ ਗੱਲ ਕੀਤੀ ਹੈ, ਥੋੜਾ ਕੰਪੈਰੀਜ਼ਨ ਦੀ ਗੱਲ ਕਰ ਲਈਏ PR ਨੂੰ ਲੈ ਕੇ, ਅਰਨਿੰਗ ਨੂੰ ਲੈ ਕੇ, ਜਾਂ ਫਿਰ ਹੋਰ ਕੀ ਫੈਕਟਰਸ ਨੇ ਆਪਾਂ ਇਨਕਲੂਡ ਕਰ ਸਕਦੇ ਹਾਂ ਜਿਸ ਆਪਾਂ ਕੰਪੈਰੀਜ਼ਨ ਕਰ ਸਕੀਏ। ਬਿਲਕੁਲ ਜੀ, ਦੇਖੋ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਆਸਟ੍ਰੇਲੀਆ ਤੇ ਕੈਨੇਡਾ ਨੂੰ ਜਿਹੜਾ ਹੈ ਡਿਫਰੈਂਸ਼ੀਏਟ ਕਰਦੇ ਨੇ ਕਿ ਕਿਹੜੀ ਕੰਟਰੀ ਵਧੀਆ ਹੈ, ਕਿਹੜੀ ਕੰਟਰੀ ਕਿਵੇਂ ਹੈ ਨਾ। ਜੀ ਜੀ। ਤਾਂ ਇਸ ਕਰਕੇ ਦੇਖੋ, ਮੈਂ ਅਗਰ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੀ ਗਵਰਨਮੈਂਟ ਇਹ ਕਹਿੰਦੀ ਹੈ ਕਿ ਅਗਰ ਤੁਸੀਂ ਰੀਜਨਲ ਏਰੀਆ ਦੇ ਵਿੱਚ ਪੜ੍ਹਨ ਜਾ ਰਹੇ ਹੋ, ਇਟ ਮੀਨਸ ਕਿ ਤੁਸੀਂ ਸਿਡਨੀ, ਮੈਲਬਰਨ ਤੋਂ ਬਾਹਰ ਜਾ ਰਹੇ ਹੋ, ਜਾਂ ਉੱਥੇ ਵੀ ਕੁਝ ਵਿਕਟੋਰੀਆ ਦੇ ਵਿੱਚ ਰੀਜਨਲ ਏਰੀਆ ਨੇ, ਕੁਝ ਨਿਊ ਸਾਊਥ ਵੇਲਜ਼ ਦੇ ਵਿੱਚ ਰੀਜਨਲ ਏਰੀਆ ਨੇ, ਜਾਂ ਹੋਰ ਜਿਹੜੇ ਉਹਨਾਂ ਦੀਆਂ ਸਟੇਟਸ ਹੈਗੀਆਂ ਨੇ ਜਿੱਥੇ ਉਹ ਰੀਜਨਲ ਏਰੀਆ ਉਹਨਾਂ ਨੇ ਅਨਾਉਂਸ ਕੀਤਾ ਹੋਇਆ, ਉਹਨਾਂ ਚੋਂ ਕੋਈ ਵੀ ਯੂਨੀਵਰਸਿਟੀ ਲੈਣੇ ਹੋ ਤਾਂ ਤੁਹਾਨੂੰ 2 ਈਅਰ ਜਾਂ 3 ਈਅਰ ਡਿਗਰੀ ਤੋਂ ਬਾਅਦ ਜਿਹੜਾ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ, ਜਿੱਥੇ ਦੂਜੀ ਜਗ੍ਹਾ ਤੇ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਔਰ ਉਸ ਤੋਂ ਬਾਅਦ ਜਿਹੜਾ ਉਹ ਵਰਕ ਪਰਮਿਟ ਹੈ ਉਹ ਲੀਡਿੰਗ ਟੂ ਡਿਗਰੀ ਹੈਗਾ, ਉਹ ਲੀਡਿੰਗ ਟੂ ਜਿਹੜਾ ਹੈ PR ਲਈ ਐਲੀਜੀਬਲ ਹੋ ਜਾਓਗੇ ਤੁਸੀਂ ਜਦੋਂ ਉਹ ਪ੍ਰੋਗਰਾਮ ਲਾਓਗੇ। ਔਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਿਰਫ ਜਿਹੜਾ ਹੈ IELTS ਇੱਕ ਵਾਰੀ ਜ਼ਰੂਰ ਦੇਣਾ ਪਏਗਾ PR ਦੇ ਲਈ। ਔਰ PR ਥੋੜੀ ਜੀ ਟਫ ਜ਼ਰੂਰ ਹੈ ਕੈਨੇਡਾ ਨਾਲੋਂ, ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਿਵਿੰਗ ਸਟੈਂਡਰਡ ਦੀ ਅਗਰ ਤੁਸੀਂ ਗੱਲ ਕਰੋ ਜਾਂ ਅਰਨਿੰਗ ਦੀ ਗੱਲ ਕਰੋ ਤਾਂ ਬਹੁਤ ਜ਼ਿਆਦਾ ਫਰਕ ਹੈ। ਮੇਰੇ ਬਹੁਤ ਸਾਰੇ ਸਟੂਡੈਂਟ ਨੇ, ਉਹ ਕੁਝ ਕੈਨੇਡਾ ਗਏ ਹੋਏ ਨੇ ਔਰ ਕੁਝ ਆਸਟ੍ਰੇਲੀਆ ਗਏ ਹੋਏ ਨੇ। ਜੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਵਾਲੇ ਸਟੂਡੈਂਟ ਜ਼ਿਆਦਾ ਬੈਟਰ ਨੇ। ਇਟ ਮੀਨਸ ਕਿ ਉਹ ਜਿਹੜਾ ਹੈ ਆਪਣੀ ਫੀਸ ਵੀ ਖੁਦ ਕੱਢ ਰਹੇ ਨੇ, ਆਪਣਾ ਸਭ ਚੀਜ਼ਾਂ ਕਰ ਰਹੇ ਨੇ। ਪਰ ਇੱਥੇ ਮੈਨੂੰ ਕਈ ਪੇਰੈਂਟਸ ਦੀ ਕਾਲਸ ਆਉਂਦੀ ਹੈ ਕਿ ਨਹੀਂ ਜੀ ਕੈਨੇਡਾ 'ਚ ਸਾਨੂੰ ਕੰਮ ਨਹੀਂ ਮਿਲ ਰਿਹਾ ਜੀ, ਸਾਨੂੰ ਇਹ ਚੀਜ਼ ਨਹੀਂ ਹੋ ਰਹੀ, ਕਿਉਂਕਿ ਹੁਣ ਬੱਚਾ ਦੇਖੋ ਬਹੁਤ ਚਲਾ ਗਿਆ। ਹਰ ਮਹੀਨੇ ਮੈਂ ਕਹੂੰਗਾ ਕਿ ਭਰ ਕੇ ਫਲਾਈਟਸ ਜਾ ਰਹੀਆਂ ਨੇ। ਮੈਂ ਕੱਲ੍ਹ ਹੀ ਕਿਸੇ ਟਿਕਟ ਵਾਲੇ ਨਾਲ ਗੱਲ ਕਰ ਰਿਹਾ ਸੀ ਤਾਂ ਉਹਨੇ ਮੈਨੂੰ ਦੱਸਿਆ ਕਿ ਵੀ ਆਉਣ ਵਾਲੇ ਅੱਜ ਜਿਹੜੀ ਡਾਇਰੈਕਟ ਫਲਾਈਟ ਚੱਲੀਆਂ ਨੇ ਵੀ 1-1.5 ਮਹੀਨੇ ਤੱਕ ਦਾ ਮਤਲਬ ਸੀਟ ਹੀ ਨਹੀਂ ਹੈ, ਇੰਨਾ ਜ਼ਿਆਦਾ ਫੁੱਲ ਹੋ ਚੁੱਕੇ ਨੇ ਸਾਰੀਆਂ ਫਲਾਈਟਸ। ਤਾਂ ਇਸ ਕਰਕੇ ਦੇਖੋ ਜਿੱਥੇ ਜ਼ਿਆਦਾ ਲੋਕ ਹੋਣਗੇ ਉੱਥੇ ਥੋੜਾ ਕੰਮ ਦੀ ਦਿੱਕਤ ਆਏਗੀ, ਔਰ ਜਿੱਥੇ ਘੱਟ ਹੋਣਗੇ ਜਾਂ ਜਿੱਥੇ ਕੰਪੀਟੀਸ਼ਨ ਘੱਟ ਹੈ ਕੰਮ ਦਾ, ਉੱਥੇ ਤੁਹਾਨੂੰ ਹਮੇਸ਼ਾ ਕੰਮ ਜ਼ਿਆਦਾ ਮਿਲੇਗਾ। ਔਰ ਅਗਰ ਤੁਸੀਂ ਅੱਛੇ ਸਟੂਡੈਂਟ ਹੋ, ਬ੍ਰਿਲੀਅੰਟ ਸਟੂਡੈਂਟ ਹੋ, ਤਾਂ ਤੁਹਾਨੂੰ ਆਸਟ੍ਰੇਲੀਆ ਵਿੱਚ ਵੀ PR ਲੈਣ ਲਈ ਕੋਈ ਦਿੱਕਤ ਨਹੀਂ ਆਉਣ ਵਾਲੀ। ਤੁਸੀਂ ਅਗਰ ਅੱਛੀ ਸਟੱਡੀ ਲਈ ਜਾ ਰਹੇ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡਾ ਏਮ ਕੀ ਹੈਗਾ, ਤੁਹਾਡਾ ਗੋਲ ਕੀ ਹੈਗਾ, ਤੁਸੀਂ ਉੱਥੇ ਜਾ ਕੇ ਕੀ ਕਰਨਾ ਹੈ। ਤਾਂ ਕਿ ਮੈਂ ਕੈਨੇਡਾ ਦੇ ਕੰਪੈਰੇਟਿਵਲੀ ਮੈਂ ਕਹਾਂਗਾ ਕਿ ਅਗਰ ਸਟੂਡੈਂਟ ਨੇ ਪੜ੍ਹਨਾ ਹੈ ਤਾਂ ਆਸਟ੍ਰੇਲੀਆ ਇੱਕ ਬਹੁਤ ਜ਼ਿਆਦਾ ਬੈਟਰ ਆਪਸ਼ਨ ਹੋ ਸਕਦੀ ਹੈ ਅਗਰ ਤੁਸੀਂ ਮਾਸਟਰ ਡਿਗਰੀ ਲਈ ਜਾ ਰਹੇ ਹੋ ਜਾਂ ਤੁਸੀਂ ਬੈਚਲਰ ਲਈ ਜਾ ਰਹੇ ਹੋ। ਬਟ ਅਗਰ ਤੁਸੀਂ ਸੋਚਦੇ ਹੋ ਕਿ ਨਹੀਂ ਜੀ ਮੈਂ ਪਹਿਲਾਂ ਥੋੜ੍ਹੇ ਜਿਹੇ ਪੈਸੇ ਬਚਾਉਣੇ ਨੇ ਤਾਂ ਫਿਰ ਕੈਨੇਡਾ ਜਾ ਸਕਦੇ ਹੋ, ਬਟ ਉੱਥੇ ਤੁਹਾਨੂੰ GIC ਦਾ ਉਨਾ ਪੈਸਾ ਪਹਿਲਾਂ ਦੇਣਾ ਪੈ ਜਾਂਦਾ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਤੁਹਾਨੂੰ 1 ਸਾਲ ਦੀ ਜਿਹੜੀ ਡਿਗਰੀ ਦੀ ਕਾਸਟ ਹੈਗੀ ਆ ਉਹ ਤੁਹਾਨੂੰ ਕੋਈ 6 ਤੋਂ 7 ਲੱਖ ਦੇ ਕਰੀਬ ਜਿਹੜਾ ਤੁਹਾਨੂੰ ਸਾਲ ਪੈਂਦਾ। 7-8 ਲੱਖ ਰੁਪਏ ਡਿਪੈਂਡ ਕਰਦਾ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ। ਔਰ ਉਸ ਤੋਂ ਇਲਾਵਾ ਕਈ ਯੂਨੀਵਰਸਿਟੀ ਮਹਿੰਗੀਆਂ ਵੀ ਨੇ ਜਿਨ੍ਹਾਂ ਦੀ ਫੀਸ 11-12 ਲੱਖ ਰੁਪਏ ਵੀ ਹੈਗੀ ਆ। ਔਰ ਕੈਨੇਡਾ ਦੇ ਵਿੱਚ ਜਿਹੜਾ ਤੁਸੀਂ 1 ਸਾਲ ਦੀ ਫੀਸ ਜਿਹੜੀ ਹੈਗੀ ਹੈ ਤੁਹਾਡੀ ਉਹ ਘੱਟੋ ਘੱਟ 7-8-9 ਲੱਖ ਦੇ ਕਰੀਬ ਜਿਹੜੀ ਹੈ ਕਾਲਜ ਦੇ ਵਿੱਚ ਅਗਰ ਤੁਸੀਂ ਜਾ ਰਹੇ ਹੋ ਤਾਂ ਤਕਰੀਬਨ ਫੀਸ ਇੱਕੋ ਜੀ ਹੈਗੀ ਹੈ। ਬਟ ਇਹ ਹੈ ਕਿ ਦੇਖੋ ਇੱਕ ਜਗ੍ਹਾ 'ਤੇ ਤੁਸੀਂ ਡਿਗਰੀ ਕਰਨ ਜਾਂਦੇ ਹੋ, ਇੱਕ ਜਗ੍ਹਾ ਡਿਪਲੋਮਾ ਕਰਨ ਜਾਂਦੇ ਹੋ ਤਾਂ ਡਿਗਰੀ ਦੀ ਵੈਲਿਊ ਹਮੇਸ਼ਾ ਜ਼ਿਆਦਾ ਰਹਿੰਦੀ ਹੈ ਔਰ ਕੱਲ੍ਹ ਨੂੰ ਤੁਹਾਡਾ ਫਿਊਚਰ ਵੀ ਜ਼ਿਆਦਾ ਵਧੀਆ ਹੋਏਗਾ। ਔਰ ਮੈਂ ਇਹੀ ਸੋਚਦਾ ਕਿ ਅਗਰ ਤੁਹਾਡਾ ਏਮ ਹੈਗਾ ਹੈ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਇੱਕ ਬੈਟਰ ਫਿਊਚਰ ਦੀ ਕਾਮਨਾ ਕਰਦੇ ਹੋ ਔਰ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਸਟਰਗਲ ਨਾ ਕਰਨਾ ਪਵੇ ਉੱਥੇ ਜਾ ਕੇ ਔਰ ਤੁਸੀਂ ਜਾਂਦਿਆਂ ਹੀ ਤੁਹਾਨੂੰ ਕੰਮ ਮਿਲ ਜੇ, ਤੁਹਾਨੂੰ ਹੋਰ ਆਪਸ਼ਨਸ ਮਿਲ ਜਾਣ ਵਧੀਆ, ਤਾਂ ਆਸਟ੍ਰੇਲੀਆ ਇੱਕ ਬੈਟਰ ਆਪਸ਼ਨ ਹੋ ਸਕਦੀ ਹੈ। ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਬਹੁਤ ਅੱਛੇ ਤਰੀਕੇ ਨਾਲ ਓਪਨ ਹੋਣ ਵਾਲਾ ਹੈ ਔਰ ਸਟੂਡੈਂਟ ਜਿਹੜਾ ਹੈ ਉੱਥੇ ਅਪਲਾਈ ਕਰ ਸਕਦੇ ਨੇ ਕਿਉਂਕਿ ਸਾਰੀਆਂ ਸੀਟਸ ਓਪਨ ਨੇ ਉੱਥੇ ਸਭ ਯੂਨੀਵਰਸਿਟੀ ਦੇ ਵਿੱਚ ਹੁਣ ਫੈਬ ਇਨਟੇਕ ਦੇ ਲਈ ਜਿਹੜੀਆਂ ਉਹ ਜਾ ਰਹੇ ਨੇ ਬੱਚੇ। ਅਤੇ ਤੁਸੀਂ ਕਦੇ ਵੀ ਐਡਮਿਸ਼ਨ ਲੈਣੀ ਹੈ, ਜਿਹੜੀ ਵੀ ਯੂਨੀਵਰਸਿਟੀ ਲੈਣੀ ਹੈ, ਤੁਹਾਨੂੰ ਪ੍ਰੋਪਰ ਜਿਹੜਾ ਹੈ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਜੀ, ਜਿਵੇਂ ਕਿ ਤੁਹਾਡਾ ਇੱਕ ਆਫਿਸ ਆਸਟ੍ਰੇਲੀਆ ਮੈਲਬੌਰਨ ਵਿੱਚ ਵੀ ਹੈ ਤਾਂ ਉਸ ਦੇ ਨਾਲ ਕੀ ਬੈਨੀਫਿਟ ਸਟੂਡੈਂਟਸ ਨੂੰ ਵੀ ਮਿਲਦਾ ਹੈ? ਕਿਉਂਕਿ ਕਈਆਂ ਦੇ ਸਿਰਫ ਇੰਡੀਆ ਵਿੱਚ ਹੀ ਆਫਿਸ ਹੁੰਦੇ ਨੇ ਪਰ ਆਸਟ੍ਰੇਲੀਆ ਵਿੱਚ ਵੀ ਆਫਿਸ ਦਾ ਹੋਣਾ ਸਟੂਡੈਂਟਸ ਨੂੰ ਕਿੰਨੀ ਕੁ ਹੈਲਪ ਮਿਲ ਪਾਉਂਦੀ ਹੈ ਉਹਦੇ ਨਾਲ? ਬਿਲਕੁਲ ਜੀ, ਅਗਰ ਤੁਸੀਂ ਦੇਖੋ ਇੱਥੋਂ ਜਾਂਦੇ ਹੋ ਤੁਹਾਨੂੰ ਏਜੰਟ ਇੱਥੋਂ ਗਾਈਡ ਕਰ ਦਿੰਦਾ ਹੈ, ਤੁਸੀਂ ਇੱਥੋਂ ਜਾਂਦੇ ਹੋ ਆਪਣੇ ਕਾਲਜ ਜਾਂਦੇ ਹੋ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਥੇ ਕੁਝ ਹੋਰ ਹੁੰਦੀਆਂ ਨੇ ਉੱਥੇ ਜਾ ਕੇ ਕੁਝ ਹੋਰ ਬਣ ਜਾਂਦੀਆਂ ਨੇ। ਇਟ ਮੀਨਸ ਕਿ ਹੋ ਸਕਦਾ ਹੈ ਤੁਹਾਡੀ ਪੂਰੀ ਫੀਸ ਨਾ ਦਿੱਤੀ ਹੋਵੇ ਜਾਂ ਹੋ ਸਕਦਾ ਹੈ ਕਿ ਤੁਹਾਨੂੰ ਉੱਥੇ ਜਾ ਕੇ ਕੋਈ ਹੋਰ ਦਿੱਕਤ ਆ ਜਾਏ, ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੋ ਪਾ ਰਹੀ, ਤੁਹਾਨੂੰ ਕਾਲਜ ਤੋਂ ਕੋਈ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਅਕੋਮੋਡੇਸ਼ਨ ਨਹੀਂ ਮਿਲ ਪਾ ਰਹੀ ਜਾਂ ਤੁਸੀਂ ਜਿਹੜਾ ਹੈ ਉੱਥੇ ਕਿਸੇ ਐਗਜ਼ਾਮ ਦੇ ਵਿੱਚੋਂ ਰਹਿ ਗਏ, ਥੋੜਾ ਬਹੁਤ ਦਿੱਕਤ ਹੋ ਗਈ ਹੈ ਨਾ। ਤਾਂ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜਾ ਸਾਡਾ ਆਸਟ੍ਰੇਲੀਆ ਵਾਲਾ ਆਫਿਸ ਹੈਗਾ ਉਹ ਤੁਹਾਡੀ ਉਹਨਾਂ ਚੀਜ਼ਾਂ 'ਚ ਹੈਲਪ ਕਰਦਾ ਹੈ ਔਰ ਤੁਹਾਨੂੰ ਪ੍ਰੋਪਰ ਗਾਈਡ ਕਰਦਾ ਹੈ। ਤੁਸੀਂ ਉੱਥੇ ਕਾਲਜ ਕੋਈ ਚੇਂਜ ਕਰਨਾ ਹੈ ਜਾਂ ਤੁਸੀਂ ਉੱਥੇ ਅਗਰ ਉੱਥੇ ਸਟੱਡੀ ਕਰ ਰਹੇ ਹੋ ਤੁਹਾਨੂੰ ਕੋਈ PR ਦੇ ਲਈ ਚਾਹੀਦੀ ਅੱਗੇ ਐਡਵਾਈਸ ਤਾਂ ਤੁਸੀਂ ਉੱਥੋਂ ਐਡਵਾਈਸ
ਲੈ ਸਕਦੇ ਹੋ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਆਸਟ੍ਰੇਲੀਆ ਆਫਿਸ ਸਾਡਾ ਤੁਹਾਡੀ ਹੈਲਪ ਕਰੇਗਾ। ਮੈਲਬਨ ਦੇ ਵਿੱਚ ਆਫਿਸ ਹੈਗਾ ਜਿਹੜਾ 에ਅਰਪੋਰਟ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ, 25-30 ਮਿੰਟ ਦੇ ਡਰਾਈਵ ਤੇ ਹੈ ਸਾਡਾ ਆਫਿਸ ਉੱਥੇ। ਔਰ ਉੱਥੇ ਤੁਸੀਂ ਸਾਨੂੰ ਮਿਲ ਸਕਦੇ ਹੋ। ਉੱਥੇ ਇੱਕ ਆਪਣਾ ਕਾਲਜ ਹੈਗਾ ਸਾਡਾ ਜਿੱਥੇ ਤੁਸੀਂ ਉੱਥੇ ਜਿਹੜਾ ਹੈ ਤੁਹਾਨੂੰ ਮੈਕਸਿਮਮ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਕਾਲਜ ਦੇ ਵਿੱਚ ਹੋ ਜਾਣ ਬੱਚੇ। ਅਦਰਵਾਈਜ਼ ਉਸ ਤੋਂ ਇਲਾਵਾ ਹੋਰ ਵੀ ਬਹੁਤ ਆਪਸ਼ਨਸ ਨੇ ਜਿੱਥੇ ਤੁਸੀਂ ਜਾ ਸਕਦੇ ਹੋ। ਔਰ ਇਹਨਾਂ ਸਭ ਦੇ ਵਿੱਚ ਕੀ ਹੈ, ਤੁਹਾਨੂੰ ਇਹ ਚੀਜ਼ ਸੌਖੀ ਦਿੰਦੀ ਹੈ ਕਿ ਤੁਹਾਨੂੰ ਕੱਲ ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ, ਕਿਉਂਕਿ ਤੁਹਾਡੀ ਹਰ ਮੁਸ਼ਕਿਲ ਦੇ ਲਈ ਅਸੀਂ ਉੱਥੇ ਬੈਠੇ ਹਾਂ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਇਮੀਗ੍ਰੇਸ਼ਨ ਵੱਲੋਂ ਪ੍ਰੋਬਲਮ ਆਉਂਦੀ ਹੈ, ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ, ਉੱਥੇ ਆਫਿਸ ਜਾ ਸਕਦੇ ਹੋ, ਕਿਉਂਕਿ ਤੁਹਾਡੇ ਲਈ ਹਮੇਸ਼ਾ ਅਸੀਂ ਹਾਜ਼ਰ ਜਵਾਬ ਜਿਹੜਾ ਉੱਥੇ ਬੈਠੇ ਰਹਾਂਗੇ। ਜੀ 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 ਬਿਲਕੁਲ। ਤੇ ਇੱਥੇ ਮੈਂ ਜ਼ਰੂਰ ਚਾਹਾਂਗੀ ਕਿ ਦਰਸ਼ਕਾਂ ਦੀ ਜਾਣਕਾਰੀ ਲਈ ਥੋੜਾ ਸਟੈਪ ਬਾਈ ਸਟੈਪ ਆਪਾਂ ਜ਼ਰੂਰ ਇੱਕ ਵਾਰੀ ਦੱਸ ਦਈਏ। ਜਿਹੜੇ ਸਟੂਡੈਂਟ ਹੁਣ ਅਪਲਾਈ ਕਰਨਾ ਚਾਹਣਗੇ ਆਸਟ੍ਰੇਲੀਆ ਦੇ ਲਈ, ਕਿਸ ਤਰੀਕੇ ਨਾਲ ਉਹ ਆਪਣਾ ਸਟੱਡੀ ਵੀਜ਼ਾ ਲਗਵਾਉਣਗੇ ਤੇ ਅੱਗੋਂ ਪੀਆਰ ਦੇ ਲਈ ਕਿਵੇਂ ਉਹਨਾਂ ਨੂੰ ਬੈਨੀਫਿਟ ਮਿਲ ਸਕਦਾ ਹੈ? ਬਿਲਕੁਲ ਜੀ। ਦੇਖੋ ਆਸਟ੍ਰੇਲੀਆ 'ਚ ਜਿਹੜੇ ਸਟੂਡੈਂਟ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਅਗਰ ਉਹਨਾਂ ਨੇ +2 2020 ਵਿੱਚ ਕੀਤੀ ਹੈ ਜੀ ਔਰ ਉਹ ਅੱਗੇ ਬੈਚਲਰ ਲਈ ਜਾਣਾ ਚਾਹੁੰਦੇ ਨੇ ਜਾਂ ਡਿਪਲੋਮਾ ਲੀਡਿੰਗ ਟੂ ਡਿਗਰੀ ਲਈ ਜਾਣਾ ਚਾਹੁੰਦੇ, ਦੋਨਾਂ 'ਚ ਫਰਕ ਹੈਗਾ ਕਿ ਅਗਰ ਤੁਸੀਂ ਡਾਇਰੈਕਟਲੀ ਬੈਚਲਰ ਕਰਨਾ ਚਾਹੁੰਦੇ ਹੋ, ਇਟ ਮੀਨਸ ਤੁਹਾਡੇ ਜਿਹੜੀ ਪਰਸੈਂਟੇਜ 65% ਹੈ ਔਰ 55% ਈਚ ਸਕੋਰ ਹੈ ਤੁਹਾਡਾ, ਤੁਸੀਂ ਡਾਇਰੈਕਟਲੀ ਆਪਣਾ ਡਿਗਰੀ ਲਈ ਐਲੀਜੀਬਲ ਹੋ। ਔਰ ਉਹਦੇ ਲਈ ਤੁਹਾਨੂੰ ਜਿਹੜਾ ਹੈ 3 ਸਾਲ ਦੀ ਡਿਗਰੀ ਮਿਲੇਗੀ, ਜਿੰਦੀ ਹਰ ਸਾਲ ਦੀ ਫੀਸ ਜਿਹੜੀ ਹੈਗੀ ਆ ਕੋਈ 12 ਲੱਖ ਦੇ ਆਸ-ਪਾਸ ਹੋਏਗੀ ਡਿਗਰੀ ਦੀ 1 ਸਾਲ ਦੀ ਫੀਸ। ਬਟ ਦੂਸਰੀ ਆਪਸ਼ਨ ਜਿਹੜੀ +2 ਵਾਲੇ ਬੱਚਿਆਂ ਵਾਸਤੇ ਹੈਗੀ ਆ, ਉਹ ਹੈਗੀ ਆ ਡਿਪਲੋਮਾ ਲੀਡਿੰਗ ਟੂ ਡਿਗਰੀ। ਓਕੇ। ਇਟ ਮੀਨਸ ਕਿ 1 ਸਾਲ ਤੁਸੀਂ ਕਾਲਜ 'ਚ ਪੜ੍ਹਨਾ ਹੈ ਜੀ ਜੀ ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਡਿਗਰੀ ਜਿਹੜੀ ਆ ਤੁਸੀਂ ਯੂਨੀਵਰਸਿਟੀ ਕਰੋਗੇ। ਔਰ ਤੀਸਰੀ ਆਪਸ਼ਨ ਕਿ ਤੁਸੀਂ ਕਾਲਜ 'ਚ ਹੀ ਡਿਗਰੀ ਕਰਨੀ ਹੈ। ਦੇਖੋ ਯੂਨੀਵਰਸਿਟੀ 'ਚ ਡਿਗਰੀ ਜਿਹੜੀ ਹੈਗੀ ਆ ਤੁਹਾਨੂੰ $30,000 ਦੇ ਆਸ-ਪਾਸ ਪੈ ਸਕਦੀ ਹੈ ਔਰ ਕਾਲਜ 'ਚ ਜਿਹੜੀ ਡਿਗਰੀ ਹੈਗੀ ਆ ਤੁਹਾਨੂੰ $15,000 ਤੋਂ $16,000 ਦੇ ਵਿੱਚ ਪੈ ਸਕਦੀ ਹੈ। ਮਤਲਬ 50% ਦਾ ਫਰਕ ਪੈ ਜਾਂਦਾ ਹੈ। ਤਾਂ ਤੁਸੀਂ ਅਗਰ ਤੁਹਾਡਾ ਸਕੋਰ ਅੱਛਾ ਹੈ, ਲੈਵਲ 1 ਦੇ ਇੰਸਟੀਚਿਊਟ ਨੇ, ਲੈਵਲ 2 ਦੇ ਇੰਸਟੀਚਿਊਟ ਨੇ, ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਫਸਟ ਈਅਰ ਤੁਸੀਂ ਕਾਲਜ ਕਰੋਗੇ ਔਰ ਅੱਗੇ ਜਾ ਕੇ ਡਿਗਰੀ ਲੈ ਸਕਦੇ ਹੋ ਜਾਂ ਡਾਇਰੈਕਟ ਕਾਲਜ 'ਚ ਡਿਗਰੀ ਲੈ ਸਕਦੇ ਹੋ। ਔਰ ਬਹੁਤ ਹੀ ਘੱਟ ਫੀਸ ਦੇ ਵਿੱਚ, ਜਿਹੜਾ ਸਾਲ ਦੀ ਫੀਸ ਮੈਂ ਕਹਾਂਗਾ ਕਿ ਸਿਰਫ ਹੀ 13-14 ਲੱਖ ਰੁਪਇਆ ਹੋਏਗੀ ਅਗਰ ਤੁਸੀਂ ਪੂਰਾ 1 ਸਾਲ ਉੱਥੇ ਲਗਾਉਂਦੇ ਹੋ। ਔਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪੀਆਰ ਦੇ ਲਈ ਮੈਂ ਅਗਰ ਗੱਲ ਕਰਾਂ ਤਾਂ ਪੀਆਰ ਦੇ ਲਈ ਇਹ ਹੁੰਦਾ ਹੈ ਕਿ ਤੁਸੀਂ 2 ਸਾਲ ਦਾ ਜਾਂ 3 ਸਾਲ ਦਾ ਵਰਕ ਪਰਮਿਟ ਮਿਲੇਗਾ ਅਕੋਰਡਿੰਗ ਟੂ ਦਾ ਸਿਟੀ, ਕਿ ਤੁਸੀਂ ਕਿਹੜੀ ਸਿਟੀ ਜਾ ਰਹੇ ਹੋ ਜਾਂ ਕਿਹੜੀ ਲੋਕੇਸ਼ਨ 'ਤੇ ਜਾ ਰਹੇ ਹੋ। ਔਰ ਜਦੋਂ ਉਹ ਵਰਕ ਪਰਮਿਟ ਮਿਲਦਾ ਹੈ ਤਾਂ ਤੁਹਾਨੂੰ ਤੁਹਾਡੇ EMPLOYER ਤੋਂ ਲੈਟਰ ਚਾਹੀਦਾ ਹੁੰਦਾ ਹੈ ਕਿ ਉਹ ਤੁਹਾਨੂੰ ਸਪਾਂਸਰ ਕਰ ਰਿਹਾ ਤੁਹਾਡੀ ਪੀਆਰ ਦੇ ਲਈ। ਔਰ ਉੱਥੇ ਜਿਹੜਾ ਹੈ ਅਗਰ ਡਿਗਰੀ ਹੋਲਡਰ ਹੈ ਤਾਂ 7 ਈਚ ਬੈਂਡ ਦੀ ਰਿਕੁਆਇਰਮੈਂਟ ਹੈਗੀ ਹੈ ਔਰ ਅਗਰ ਡਿਪਲੋਮਾ ਹੋਲਡਰ ਹੈ ਤਾਂ ਕਈ ਵਾਰੀ ਜਿਹੜਾ 5 ਈਚ ਨਾਲ ਵੀ ਹੋ ਜਾਂਦਾ। ਕਿਸੇ ਨੇ ਹਸਪੀਟੈਲਿਟੀ ਡਿਪਲੋਮਾ ਕੀਤਾ ਹੈ, ਕਿਸੇ ਨੇ ਕੋਈ ਸਕਿੱਲ ਵਰਕਰ ਹੈਗਾ ਤਾਂ ਓਵਰਆਲ 5.5 ਈਚ ਨਾਲ ਵੀ ਪੀਆਰ ਹੋ ਜਾਂਦੀ ਹੈ। ਤੇ ਇਹ ਸਭ ਚੀਜ਼ਾਂ ਡਿਪੈਂਡ ਕਰਦੀਆਂ ਕਿ ਤੁਸੀਂ ਕਿੰਨੇ ਫੋਕਸ ਹੋ ਆਪਣੇ ਫਿਊਚਰ ਨੂੰ ਲੈ ਕੇ ਔਰ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ। ਦੇਖੋ ਤੁਹਾਡੇ ਕੋਲ ਪੂਰਾ ਟਾਈਮ ਹੁੰਦਾ ਹੈ, ਤੁਸੀਂ 3 ਸਾਲ ਦੀ ਡਿਗਰੀ ਕਰਦੇ ਹੋ, ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ, ਤਾਂ ਕਿਤੇ ਨਾ ਕਿਤੇ ਤਾਂ ਤੁਹਾਨੂੰ ਇਹੋ ਜਿਹੀ ਐਡਜਸਟਮੈਂਟ ਹੋ ਜਾਂਦੀ ਤੁਹਾਡੇ ਕਿਸੇ EMPLOYER ਨਾਲ ਕਿ ਜਿਹੜਾ ਤੁਹਾਨੂੰ ਸਪਾਂਸਰ ਕਰ ਪਾਏ। ਤਾਂ ਇਸ ਕਰਕੇ 5 ਸਾਲ ਬਹੁਤ ਹੁੰਦੇ ਨੇ ਕਿਸੇ ਨੂੰ ਅੱਛੇ ਤਰੀਕੇ ਨਾਲ ਜਾਣਨ ਦੇ ਲਈ ਜਾਂ ਕਿਸੇ ਨਾਲ ਅੱਛੀ ਤੇ ਬੌਂਡਿੰਗ ਬਣਾਉਣ ਦੇ ਲਈ ਕਿ ਉਹ ਤੁਹਾਡੀ ਕੱਲ ਨੂੰ ਪੀਆਰ ਲਈ ਹੈਲਪ ਕਰ ਪਾਏ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਨੇ। ਜਿਹੜੇ ਵੀ ਸਿਟੀਜ਼ਨ ਨੇ ਉੱਥੇ, ਮੇਰੇ ਖੁਦ ਦੇ ਕੋਈ ਸਟੂਡੈਂਟ ਹੈਗੇ ਨੇ, ਮੇਰੇ ਇੱਕ ਸਟੂਡੈਂਟ ਨਾਲ ਗੱਲ ਹੁੰਦੀ ਹੈ, ਉਹ ਕੈਨਬਰਾ ਰਹਿੰਦਾ ਹੈ ਔਰ ਮੈਂ ਉਹਨੂੰ 2007 ਵਿੱਚ ਭੇਜਿਆ ਸੀ। ਮੇਰੀ ਕੱਲ ਪਰਸੋਂ ਹੀ ਉਹਦੇ ਨਾਲ ਗੱਲ ਹੋਈ ਜੀ। ਔਰ ਉਹ ਸਟੂਡੈਂਟ ਦੇ ਜਦੋਂ ਇੱਥੋਂ ਗਿਆ ਸੀ ਤਾਂ ਉਹਦੇ ਟੋਟਲ ਜਿਹੜਾ ਬੈਂਡ ਸਕੋਰ ਸੀ 5.5 ਸੀ। ਔਰ 5.5 ਵਿੱਚੋਂ ਮਤਲਬ 2 ਦੇ ਵਿੱਚੋਂ 5 ਬੈਂਡ ਸੀ ਔਰ 2 ਦੇ ਵਿੱਚੋਂ 5.5 ਸੀ, ਤੁਹਾਨੂੰ ਓਵਰਆਲ 5.5 ਸਕੋਰ ਆਇਆ। ਔਰ ਉਹ ਜਦੋਂ ਬੱਚਾ ਉੱਥੇ ਆਸਟ੍ਰੇਲੀਆ ਗਿਆ ਹੈ ਤਾਂ ਆਸਟ੍ਰੇਲੀਆ ਤੋਂ ਬਾਅਦ ਕੀ ਹੈ ਕਿ ਉਹਨੇ ਉੱਥੇ ਹਸਪੀਟੈਲਿਟੀ ਦਾ ਕੋਰਸ ਸ਼ੁਰੂ ਕੀਤਾ ਔਰ ਕਿਤੇ ਨਾਲ ਹੀ ਰੈਸਟੋਰੈਂਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਔਰ ਉਹਨੇ ਉੱਥੇ ਜਾ ਕੇ, ਮੇਰੀ ਕੱਲ ਪਰਸੋਂ ਗੱਲ ਹੋਈ, ਤੁਹਾਨੂੰ ਕਿਹਾ ਕਿ ਮੇਰੇ ਆਪਣੇ 2 ਰੈਸਟੋਰੈਂਟ ਨੇ ਉੱਥੇ। ਹਾਂ, ਇਟ ਮੀਨਸ ਕਿ ਜਿਹੜੇ ਸਟੂਡੈਂਟ ਫੋਕਸ ਕਰਕੇ ਚੱਲਦੇ ਨੇ, ਬੇਸ਼ੱਕ ਉਹ ਸਿਟੀਜ਼ਨ ਹੋ ਗਿਆ ਹੈ ਔਰ ਉਹਦੇ ਆਪਣੇ 2 ਰੈਸਟੋਰੈਂਟ ਨੇ ਉੱਥੇ ਔਰ ਬਹੁਤ ਹੀ ਅੱਛਾ ਹੈ ਉੱਥੇ। ਮਤਲਬ ਇਟ ਮੀਨਸ ਕਿ ਉਹ ਬੜੇ ਅੱਛੀ ਅਰਨਿੰਗ ਕਰ ਰਿਹਾ। ਤਾਂ ਇਸ ਕਰਕੇ ਕਈ ਐਗਜ਼ਾਮਪਲਸ ਹੈਗੀਆਂ ਨੇ ਕਿ ਜਿਹੜੇ ਬੱਚੇ ਫੋਕਸ ਕਰਕੇ ਜਾਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਮੈਂ ਆਪਣਾ ਫਿਊਚਰ ਇਸ ਲਾਈਨ 'ਚ ਬਣਾਉਣਾ ਹੈ ਔਰ ਉੱਥੇ ਉਹ ਮਿਹਨਤ ਕਰਦੇ ਨੇ। ਤਾਂ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ। ਮੈਂ ਇੱਕ ਹੋਰ, ਮੈਂ ਪਿੱਛੇ ਜੇ ਮੈਲਬਨ ਗਿਆ ਤੇ ਮੈਨੂੰ ਮੇਰਾ ਇੱਕ ਸਟੂਡੈਂਟ ਮਿਲਿਆ ਔਰ ਉਹ ਸਟੂਡੈਂਟ ਜਿਹੜਾ ਸੀ ਉਹ ਵੀ ਤਕਰੀਬਨ 2008-9 ਚ ਗਿਆ ਸੀ ਔਰ ਉਹਨੂੰ ਜਿਹੜਾ ਸੀ ਅਸੀਂ ਕੰਸਟਰਕਸ਼ਨ ਡਿਪਲੋਮਾ ਇਨ ਕੰਸਟਰਕਸ਼ਨ ਚ ਭੇਜਿਆ ਸੀ ਜੀ। ਔਰ ਉਹਨੇ ਉੱਥੇ ਜਾ ਕੇ ਇਹੀ ਕੰਮ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਔਰ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਕਾਮਯਾਬ ਉੱਥੇ ਸਿਟੀਜ਼ਨ ਹੈਗਾ ਉੱਥੋਂ ਦਾ। ਔਰ ਮੈਂ ਇਵਨ ਉਹਦਾ ਘਰ ਵੀ ਦੇਖਿਆ ਔਰ ਬਹੁਤ ਮਹਿੰਗੀਆਂ ਉਹਨੇ ਗੱਡੀਆਂ ਰੱਖੀਆਂ ਹੋਈਆਂ ਨੇ। ਇਟ ਮੀਨਸ ਕਿ ਉਹ ਬੰਦਾ ਵੀ ਅੱਜ ਦੀ ਡੇਟ ਦੇ ਵਿੱਚ ਮਤਲਬ ਬਹੁਤ ਲੱਖਾਂ ਡਾਲਰ ਜਿਹੜੇ ਉੱਥੇ ਕਮਾ ਰਿਹਾ। ਤਾਂ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਸੋਚ ਕੀ ਹੈ। ਕੁਝ ਬੱਚੇ ਵਾਪਸ ਵੀ ਆ ਜਾਂਦੇ ਨੇ ਜਿਨ੍ਹਾਂ ਨੂੰ ਜਿਹੜੇ ਫੋਕਸ ਨਹੀਂ ਹੁੰਦੇ ਜਾਂ ਜੇ ਕਦੇ ਡਿਸੀਜਨ ਨਹੀਂ ਲੈ ਪਾਉਂਦੇ ਹੈ ਨਾ। ਕੁਝ ਕਰਦੇ ਨੇ ਕਿ ਜੀ
ਚਲੋ ਜੀ ਲੇਬਰ ਜਿੱਥੇ ਮਿਲ ਗਈ ਉੱਥੇ ਕਰ ਲਈ। ਤਾਂ ਇਸ ਕਰਕੇ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਜਿਹੜੇ ਕੋਰਸ ਗਏ ਹੋ, ਅਗਰ ਤੁਹਾਨੂੰ ਉਹੀ ਕੋਰਸ ਦੇ ਵਿੱਚ ਕੰਮ ਮਿਲਦਾ ਤਾਂ ਤੁਹਾਡਾ ਫਿਊਚਰ ਬਹੁਤ ਬ੍ਰਾਈਟ ਹੈ ਆਸਟ੍ਰੇਲੀਆ ਦੇ ਵਿੱਚ। ਤੁਸੀਂ ਕੈਨੇਡਾ ਨਾਲੋਂ 2-3 ਗੁਣਾ ਜ਼ਿਆਦਾ ਕਮਾ ਸਕਦੇ ਹੋ ਉੱਥੇ ਰਹਿ ਕੇ, ਕਿਉਂਕਿ ਜਿੰਨਾ ਕੈਨੇਡਾ ਕੰਪੀਟੀਸ਼ਨ ਹੈ ਉਹਨਾਂ ਇੱਥੇ ਕੰਪੀਟੀਸ਼ਨ ਨਹੀਂ ਹੈ। ਤੁਹਾਨੂੰ ਆਰਾਮ ਨਾਲ ਜੌਬ ਮਿਲਦੀ ਹੈ। ਮੈਂ ਕਹਿੰਦਾ ਤੁਸੀਂ ਦੂਸਰੇ ਦਿਨ ਜੌਬ ਤੇ ਹੁੰਦੇ ਆ। ਮੇਰੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕਲੀਨਿਕ ਦੇ ਵਿੱਚ ਹੀ $25 ਤੋਂ $30 ਲੈਂਦੇ ਨੇ। ਅੱਛਾ ਜੀ। ਮੇਰੀ ਕਈ ਵਾਰੀ ਗੱਲ ਹੁੰਦੀ ਹੈ ਸਿਡਨੀ 'ਚ, ਮੇਰੇ 1-2 ਸਟੂਡੈਂਟ ਹੈਗੇ ਨੇ, ਕਈ ਵਾਰੀ ਉਹਨਾਂ ਨਾਲ ਗੱਲ ਹੁੰਦੀ ਹੈ, ਉਹ $25-30 ਸਿਡਨੀ 'ਚ ਲੈ ਰਹੇ ਨੇ। ਤਾਂ ਇਸ ਕਰਕੇ ਅਗਰ ਤੁਸੀਂ ਆਸਟ੍ਰੇਲੀਆ ਜਾਣਾ ਹੈ ਔਰ ਤੁਸੀਂ ਆਪਣਾ ਪ੍ਰੋਫਾਈਲ ਸਾਨੂੰ ਇੱਕ ਵਾਰੀ ਸ਼ੇਅਰ ਕਰੋ, ਅਸੀਂ ਤੁਹਾਡੀ ਉੱਥੇ ਵੀ ਬੈਠੇ ਹੋਏ ਹਾਂ ਤੁਹਾਡੇ ਨਾਲ ਹਰ ਚੀਜ਼ ਸ਼ੇਅਰ ਕਰਨ ਲਈ ਔਰ ਹਰ ਤਰ੍ਹਾਂ ਦੀ ਹੈਲਪ ਦੇ ਲਈ। ਔਰ ਇੰਡੀਆ ਦੇ ਵਿੱਚ ਵੀ ਸਾਡੇ ਆਫਿਸ 2-3 ਜਗ੍ਹਾ ਹੈਗੇ ਨੇ, ਜਿਵੇਂ ਕੁਰੂਕਸ਼ੇਤਰਾ ਹੈਗਾ ਹੈ, ਚੰਡੀਗੜ੍ਹ ਹੈਗਾ ਹੈ ਔਰ ਬਠਿੰਡਾ ਹੈਗਾ ਹੈ। ਤੁਸੀਂ ਕਿਸੇ ਵੀ ਆਫਿਸ ਵਿਜ਼ਿਟ ਕਰਕੇ ਜਿਹੜਾ ਹੈ ਆਪਣੀ ਪ੍ਰੋਫਾਈਲ ਸ਼ੇਅਰ ਕਰੋ, ਤੁਹਾਨੂੰ ਜੈਨੂਇਨ ਤਰੀਕੇ ਨਾਲ ਅਸੀਂ ਭੇਜਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਡਾ ਵੀਜ਼ਾ ਕੋਸ਼ਿਸ਼ ਕਰਾਂਗੇ ਕਿ 99% ਵੀਜ਼ਾ ਹੋ ਜਾਵੇ ਔਰ ਕੋਈ ਦਿੱਕਤ ਨਾ ਹੋਵੇ। ਜੀ ਜੀ ਬਿਲਕੁਲ। ਸੋ ਇਸੇ ਕਰਕੇ ਅਗਰ ਤੁਹਾਨੂੰ ਹਲੇ, ਕਿਉਂਕਿ ਆਬਵੀਅਸ ਹੈ ਹਲੇ ਗਰੋਇੰਗ ਏਜ ਵਿੱਚ ਹੁੰਦੇ ਨੇ ਸਟੂਡੈਂਟਸ, ਆ ਕਈ ਵਾਰੀ ਡਿਸੀਜਨ ਨਹੀਂ ਲੈ ਪਾਉਂਦੇ ਕਿ ਅਸੀਂ ਕੀ ਕਰੀਏ। ਸੋ ਅਗਰ ਤੁਸੀਂ ਇੱਕ ਵਾਰੀ ਕੰਸਲਟ ਕਰਦੇ ਹੋ ਕਿ ਪਤਾ ਲਗਾਉਣਾ ਚਾਹੁੰਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋਗੇ, ਤਾਂ ਇੱਕ ਵਾਰੀ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਆਫਿਸ ਜ਼ਰੂਰ ਆਓ। ਜਿਵੇਂ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਦੱਸਿਆ ਚੰਡੀਗੜ੍ਹ, ਬਠਿੰਡਾ ਤੇ ਕੁਰੂਕਸ਼ੇਤਰਾ ਵਿੱਚ ਇਹਨਾਂ ਦੇ ਆਫਿਸ ਹੈ। ਤੁਹਾਡੀ ਪ੍ਰੋਫਾਈਲ ਦੇਖ ਕੇ ਤੁਹਾਨੂੰ ਗਾਈਡ ਕੀਤਾ ਜਾਏਗਾ ਕਿ ਤੁਸੀਂ ਕਿਸ ਲਾਈਨ ਵਿੱਚ ਅੱਗੇ ਵੱਧ ਸਕਦੇ ਹੋ। ਸੋ ਉਸ ਵਿੱਚ ਤੁਹਾਨੂੰ ਆਪਣਾ ਡਿਸੀਜਨ ਲੈਣ ਦੇ ਵਿੱਚ ਹੈਲਪ ਜ਼ਰੂਰ ਹੋ ਜਾਏਗੀ। ਔਰ ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਬਾਰੇ ਅੱਜ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਸੋ ਬਹੁਤ ਸਾਰੇ ਬੈਨੀਫਿਟਸ ਅਰਨਿੰਗ ਨੂੰ ਲੈ ਕੇ, PR ਨੂੰ ਲੈ ਕੇ, ਤੁਹਾਡੇ ਫਿਊਚਰ ਨੂੰ ਲੈ ਕੇ ਬਹੁਤ ਅੱਛੇ ਬੈਨੀਫਿਟਸ ਉੱਥੇ ਜ਼ਰੂਰ ਦਿਖ ਰਹੇ ਆ। ਜਿਵੇਂ ਆਪਾਂ ਹੁਣੇ ਡਿਸਕਸ਼ਨ ਕੀਤੀ ਹੈ, ਗੱਲ ਕਰ ਰਹੇ ਹਾਂ, ਉਸਦੇ ਵਿੱਚ ਵੀ ਸਾਫ਼ ਤੌਰ ਤੇ ਕਈ ਐਗਜ਼ਾਮਪਲਸ ਵੀ ਦਿੱਤੀਆਂ ਗਈਆਂ ਔਰ ਤੁਹਾਨੂੰ ਦੱਸਿਆ ਕਿ ਬਈ ਦੁੱਗਣੀ ਤਿਗਣੀ ਕਮਾਈ ਵੀ ਤੁਸੀਂ ਕੈਨੇਡਾ ਦੇ ਕੰਪੈਰੀਜ਼ਨ 'ਚ ਉੱਥੇ ਕਰ ਸਕਦੇ ਹੋ। ਤੇ ਮੈਂ ਇੱਥੇ ਇੱਕ ਹੋਰ ਚੀਜ਼ ਜੋ ਕਿ ਜ਼ਿਆਦਾਤਰ ਸਟੂਡੈਂਟਸ ਔਰ ਪੇਰੈਂਟਸ ਜਾਣਨਾ ਚਾਹੁੰਦੇ ਹੁੰਦੇ ਨੇ ਕਿ ਕੀ ਤੁਹਾਡੀ ਕੰਪਨੀ ਵੱਲੋਂ ਵੀ ਪੇ ਆਫਟਰ ਵੀਜ਼ਾ ਦੀ ਆਪਸ਼ਨ ਸਟੂਡੈਂਟਸ ਨੂੰ ਦਿੱਤੀ ਜਾਂਦੀ ਹੈ? ਬਿਲਕੁਲ ਜੀ। ਦੇਖੋ ਪੇ ਆਫਟਰ ਵੀਜ਼ਾ ਦਾ ਇੱਕ ਟ੍ਰੈਂਡ ਹੈ ਜਿਹਦੇ 'ਚ ਬੱਚੇ ਜਿਹੜਾ ਚਾਹੁੰਦੇ ਨੇ ਕਿ ਸਾਡਾ ਇੱਕ ਵੀ ਰੁਪਇਆ ਜਿਹੜਾ ਹੈ ਪਹਿਲਾਂ ਨਾ ਖਰਾਬ ਹੋਵੇ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਸਟੂਡੈਂਟਸ ਨੂੰ ਲੁੱਟਿਆ ਵੀ ਹੈ। ਮੈਂ ਕਹਾਂਗਾ ਕਿ ਪਹਿਲਾਂ ਹੀ ਲੈ ਲਏ 50-50 ਹਜ਼ਾਰ, ਲੱਖ 2-2 ਲੱਖ ਰੁਪਇਆ, ਇਵਨ ਫੰਡ ਦੇ ਨਾਂ ਤੇ ਵੀ 2-2 ਲੱਖ ਰੁਪਏ ਲੈ ਲਿਆ ਔਰ ਵਾਪਸ ਨਹੀਂ ਕੀਤਾ ਹੈ। ਬਹੁਤ ਸਾਰੇ ਬੱਚੇ ਸਾਡੇ ਕੋਲ ਆਉਂਦੇ ਨੇ ਔਰ ਕਹਿੰਦੇ ਨੇ ਸਰ ਸਾਡੇ ਕੋਲ ਇੱਦਾਂ ਪੈਸੇ ਲੈ ਲਏ, ਕੰਮ ਵੀ ਨਹੀਂ ਹੋਇਆ ਔਰ ਫੰਡ ਦੇ 2-2 ਲੱਖ ਰੁਪਏ ਲੈ ਲਿਆ। ਤਾਂ ਇਹਨਾਂ ਸਭ ਚੀਜ਼ਾਂ ਤੋਂ ਬਚਣ ਦੇ ਲਈ ਮੈਂ ਤਾਂ ਕਹਾਂਗਾ ਕਿ ਤੁਸੀਂ ਜੈਨੂਇਨਲੀ ਕੰਮ ਕਰੋ। ਔਰ ਕਿਸੇ ਸਟੂਡੈਂਟ ਦੀ ਦੇਖੋ, ਅਗਰ ਅਸੀਂ ਇੱਕ ਸਟੂਡੈਂਟ ਆਪਣੇ ਲਈ ਨੈਗੇਟਿਵ ਕਰ ਦਿੰਦੇ ਹਾਂ ਤਾਂ ਉਹ ਅੱਗੇ 100 ਸਟੂਡੈਂਟ ਨੂੰ ਹੋਰ ਦੱਸਦਾ ਕਿ ਉਹਨਾਂ ਕੋਲ ਨਾ ਜਾਓ। ਬਿਲਕੁਲ। ਤਾਂ ਇਸ ਕਰਕੇ ਈਜ਼ੀ ਵੇ ਜਿਹੜੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਔਰ ਪ੍ਰੋਪਰ ਅਸੀਂ ਜਿਹੜਾ ਹੈ ਪ੍ਰੋਫਾਈਲ ਤੇ ਪ੍ਰੋਪਰ ਕੰਮ ਕਰਦੇ ਹਾਂ ਤਾਂ ਕਿ ਸਾਡੇ ਸਟੂਡੈਂਟ ਜਿਹੜੇ ਨੇ ਇੱਕ ਦੀ ਬਜਾਏ ਸਾਨੂੰ 200 ਸਟੂਡੈਂਟ ਹੋਰ ਦੇ ਕੇ ਜਾਣ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਲਈ ਬੈਸਟ ਅਸੀਂ ਕਰੀਏ। ਔਰ ਸਾਡੇ ਕੋਲ ਇਹ ਪ੍ਰੋਗਰਾਮ ਹੈ ਕਿ ਤੁਸੀਂ ਅਗਰ ਸਾਰੀ ਫੀਸ ਜਿਹੜੀ ਆਫਟਰ ਵੀਜ਼ਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਦੇ ਸਕਦੇ ਹੋ ਔਰ ਬਹੁਤ ਹੀ ਘੱਟ ਜਿਹੜੀ ਮੈਂ ਕਹਾਂਗਾ ਕਿ ਟੋਟਲ ਅਮਾਊਂਟ ਦੇ ਵਿੱਚ ਜਿਹੜਾ ਤੁਸੀਂ ਇਹ ਚੀਜ਼ ਸਾਡੇ ਤੋਂ ਲੈ ਸਕਦੇ ਹੋ। ਜੀ 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 ਬਿਲਕੁਲ। ਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਸ਼ੋਅ ਦੇ ਵਿੱਚ ਆਸਟ੍ਰੇਲੀਆ ਰਿਗਾਰਡਿੰਗ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾ ਦਿੱਤੇ ਜਾਣ। ਪਰ ਕੋਈ ਸਵਾਲ ਰਹਿ ਗਿਆ ਹੋਵੇ, ਤੁਹਾਡੀ ਕੁਐਰੀ ਹੋਵੇ, ਤਾਂ ਹੁਣੇ ਹੀ ਤੁਸੀਂ ਜੋ ਸਕਰੀਨ ਦੇ ਉੱਪਰ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਜੋ ਹੈ ਆਪਣੀ ਹੋਰ ਜਾਣਕਾਰੀ ਲੈ ਸਕਦੇ ਹੋ। ਬਾਕੀ ਚੰਡੀਗੜ੍ਹ, ਬਠਿੰਡਾ ਅਤੇ ਕੁਰੂਕਸ਼ੇਤਰਾ ਵਿੱਚ ਈਜ਼ੀ ਵੇ ਕੰਸਲਟੈਂਸੀ ਦਾ ਆਫਿਸ ਹੈ। ਤੁਸੀਂ ਜਿੱਥੇ ਨੇੜੇ ਸਮਝੋ ਉੱਥੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ। ਡਾਕੂਮੈਂਟਸ ਦੇਖ ਕੇ ਹੀ ਤੁਹਾਨੂੰ ਸਹੀ ਤਰੀਕੇ ਨਾਲ ਸੁਜੈਸਟ ਕੀਤਾ ਜਾ ਸਕਦਾ ਹੈ, ਗਾਈਡ ਕੀਤਾ ਜਾ ਸਕਦਾ ਹੈ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸਭ ਤੋਂ ਬੈਸਟ ਰਹਿਣ ਵਾਲੀ ਹੈ। ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਵਾਨੇ ਉਹਨਾਂ ਸਟੂਡੈਂਟਸ ਨਾਲ ਵੀ ਜਿਨ੍ਹਾਂ ਨੇ ਈਜ਼ੀ ਵੇ ਕੰਸਲਟੈਂਸੀ ਤੋਂ ਆਪਣਾ ਵੀਜ਼ਾ ਪ੍ਰੋਸੈਸ ਕਰਵਾਇਆ, ਉਹਨਾਂ ਦੇ ਵੀਜ਼ਾ ਲੱਗ ਚੁੱਕਿਆ, ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਜਾਣਦੇ ਉਹਨਾਂ ਦੀ ਹੀ ਜ਼ੁਬਾਨੀ। Hello everyone, my name is Poonam Rani and I am from Capital and I have done my graduation in Bachelor of Technology in Electronics and Communication in 2013 and now I applied for UK visa from Easy Way Consultancy in Chandigarh branch and I got my visa within 5 days and I am satisfied with the service they provided and I highly recommended all the students that they should go for the Easy Way Consultancy for their visa. All the staff are very cooperative and they provided a very excellent service. Thank you. मेरा कनाडा ਦਾ ਵੀਜ਼ਾ ਕਿਸੇ ਹੋਰ ਕੰਸਲਟੈਂਟ ਤੋਂ ਰਿਫਿਊਜ਼ ਹੋ ਗਿਆ ਸੀਗਾ। ਉਸ ਤੋਂ ਬਾਅਦ ਮੇਰੇ ਮਾਮਾ ਜੀ ਨੇ Easy Way ਕੰਸਲਟੈਂਸੀ ਬਾਰੇ ਮੈਨੂੰ ਰਿਕਮੈਂਡ ਕੀਤਾ ਜੋ ਕਿ 17 ਸੈਕਟਰ ਵਿੱਚ ਹੈ ਤੇ ਅੱਜ ਫਾਈਨਲੀ ਮੇਰਾ ਵੀਜ਼ਾ ਆ ਚੁੱਕਿਆ ਹੈ, ਤੁਸੀਂ ਦੇਖ ਸਕਦੇ ਹੋ। ਤੇ ਮੈਂ ਸਾਰਿਆਂ ਨੂੰ ਇਹ ਰਿਕਮੈਂਡ ਕਰੂੰਗਾ ਕਿ ਤੁਸੀਂ ਵੀ ਇੱਕ ਵਾਰ ਵਿਜ਼ਿਟ ਕਰਕੇ ਜਾਓ, ਚਾਹੇ ਤੁਹਾਡਾ ਰਿਫਿਊਜ਼ਲ ਹੈ ਚਾਹੇ ਤੁਹਾਡਾ ਨਿਊ ਕੇਸ ਹੈ।
within 10 days I got my UK visa. So I'm very happy because staff are very cooperative and they are very helpful. So I highly recommend it to all people. If you want to go abroad, please visit Easyway Consultancy. ਤਾਂ ਤੁਸੀਂ ਵੀ ਜਲਦੀ ਹੀ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਸਹੀ ਗਾਈਡੈਂਸ ਦੇ ਨਾਲ ਜ਼ਰੂਰ ਅੱਗੇ ਵਧਿਆ ਕਰੋ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਅਹਿਮ ਜਾਣਕਾਰੀ ਖਾਸ ਤੌਰ ਤੇ ਆਸਟ੍ਰੇਲੀਆ ਰਿਗਾਰਡਿੰਗ ਜਿੰਨੇ ਵੀ ਸਵਾਲ ਸੀ ਸਾਡੇ ਦਰਸ਼ਕਾਂ ਦੇ ਉਹ ਤੁਸੀਂ ਅੱਜ ਸਾਡੇ ਪ੍ਰੋਗਰਾਮ ਵਿੱਚ ਜਾਣਕਾਰੀ ਦਿੱਤੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।